ਇੰਸ਼ੋਰੈਂਸ ਇੰਡਸਟਰੀ ਦੇ ਲਈ ਤੇ ਨਾਲ ਪਲਾਨ ਇੰਸ਼ੋਰੈਂਸ ਦੇ ਲਈ ਇਹ ਸਾਲ ਕਿਸ ਤਰ੍ਹਾਂ ਦਾ ਰਿਹਾ? ਸਾਰੀਆਂ ਹੀ ਕੰਪਨੀਆਂ ਇੰਕਲੂਡਿੰਗ ਪਲਾਨ ਇੰਸ਼ੋਰੈਂਸ ਕਾਫੀ ਜਿੰਨੀਆਂ ਵੱਡੀਆਂ ਕੰਪਨੀਆਂ ਸੀਗੀਆਂ ਸਾਰਿਆਂ ਨੇ ਆਨਲਾਈਨ ਪ੍ਰੈਜ਼ੈਂਸ ਜਿਹੜੀ ਆਪਣੀ ਹੋਰ ਇੰਕਰੀਜ਼ ਕਰ ਦਿੱਤੀ। ਸਾਰਾ ਕੁਝ ਹੁਣ ਆਨਲਾਈਨ ਹੀ ਹੋ ਰਿਹਾ, ਤੁਹਾਨੂੰ ਬੰਦੇ ਨੂੰ ਮਿਲਣ ਦੀ ਵੀ ਲੋੜ ਨਹੀਂ ਪੈਂਦੀ, ਓਵਰ ਦਾ ਫੋਨ, ਓਵਰ ਜ਼ੂਮ ਕਾਲ, ਸ਼ੁਰੂ ਤੋਂ ਲੈ ਕੇ ਐਂਡ ਤੱਕ ਡਿਲੀਵਰੀ ਤੱਕ ਵੀ ਜਿਹੜੀ ਪਾਲਿਸੀ ਉਹ ਤੁਹਾਨੂੰ ਆਨਲਾਈਨ ਹੀ ਹੋ ਜਾਂਦਾ ਜੀ ਸਾਰਾ ਕੁਝ। ਅਸੀਂ ਕਈ ਵਾਰ ਪਾਲਿਸੀਜ਼ ਜਿਹੜੀਆਂ ਨੇ ਕਹਿ ਦਿੰਦੇ ਕੋਈ ਨਹੀਂ ਥੋੜਾ ਟਾਈਮ ਫੇਰ ਵੇਖ ਲਾਂਗੇ, ਕੋਈ ਨਹੀਂ ਅਜੇ ਕੀ ਆ, ਅਜੇ ਸਾਡਾ ਸਰਦਾ ਪਿਆ, ਅਸੀਂ ਐਂ ਕਹਿ ਦਿੰਦੇ ਆ। ਆਪਣੀ ਕਵਰੇਜ ਜ਼ਰੂਰ ਕਰਵਾ ਕੇ ਜਾਓ, ਦੇਖ ਕੇ ਜਾਓ ਕਿ ਜਿੰਨੀ ਦੇਰ ਦੀ ਤੁਸੀਂ ਜਾ ਰਹੇ ਹੋ ਤੁਹਾਡੀ ਜਿਹੜੀ ਕਵਰੇਜ ਆ ਉਹ ਕੀ ਕਵਰ ਕਰ ਰਹੀ ਹੈ। ਡਜ਼ਨਟ ਮੈਟਰ ਜੇ ਤੁਸੀਂ ਕਿਤੋਂ ਵੀ ਪਲਾਨ ਲਿਆ ਹੋਇਆ, ਮੈਂ ਤੁਹਾਨੂੰ ਗਾਈਡ ਕਰ ਸਕਦਾ ਵੀ ਤੁਸੀਂ ਆਪਣੇ ਐਡਵਾਈਜ਼ਰ ਤੋਂ ਕੀ ਪੁੱਛਣਾ ਆ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਬਿਜ਼ਨਸ ਕਨੈਕਟ ਦੇ ਵਿੱਚ ਸਵਾਗਤ ਹੈ। 2021 ਅਸੀਂ ਯਕੀਨ ਹੀ ਨਹੀਂ ਕਰ ਸਕਦੇ ਕਿ ਅਸੀਂ ਦਸੰਬਰ 2021 ਦੇ ਵਿੱਚ ਬੈਠੇ ਹਾਂ ਤੇ 2022 ਸ਼ੁਰੂ ਹੋਣ ਵਾਲਾ। ਟਾਈਮ ਲਗਾਤਾਰ ਭੱਜਿਆ ਜਾ ਰਿਹਾ, ਪਰ ਟਾਈਮ ਕਿਸ ਤਰ੍ਹਾਂ ਦਾ ਰਿਹਾ ਇਹ ਰਿਵਿਊ ਕਰਨਾ ਬਹੁਤ ਜ਼ਰੂਰੀ ਹੈ। ਈਅਰ ਇਨ ਰਿਵਿਊ ਦੇ ਵਿੱਚ ਅੱਜ ਗੱਲ ਕਰਾਂਗੇ ਇੰਸ਼ੋਰੈਂਸ ਇੰਡਸਟਰੀ ਦੇ ਬਾਰੇ, ਖਾਸ ਕਰਕੇ ਪਲਾਨ ਇੰਸ਼ੋਰੈਂਸ ਦੇ ਬਾਰੇ ਕਿ ਇੱਕ ਸਾਲ 2020 ਤੋਂ 2021 ਵਾਲਾ ਸਾਲ ਇਹਨਾਂ ਦੇ ਲਈ ਕਿਸ ਤਰ੍ਹਾਂ ਦਾ ਰਿਹਾ ਤੇ ਤੁਸੀਂ ਵੀ ਜ਼ਰੂਰ ਦੱਸਿਓ ਕਿ ਤੁਹਾਡਾ ਇਹ ਸਾਲ ਕਿਸ ਤਰ੍ਹਾਂ ਦਾ ਰਿਹਾ। 2021 ਦੇ ਵਿੱਚ ਜਿੱਥੇ ਅਸੀਂ ਦੇਖਿਆ ਕਿ ਕੋਵਿਡ ਸਭ ਤੋਂ ਪਹਿਲਾਂ, ਫਿਰ ਉਸ ਤੋਂ ਬਾਅਦ ਅੱਗਾਂ ਲੱਗਣੀਆਂ, ਫਿਰ ਉਸ ਤੋਂ ਬਾਅਦ ਹੜ੍ਹ ਆਉਣੇ ਤੇ ਹੋਰ ਵੀ ਬਹੁਤ ਕੁਝ ਜਿਹੜਾ ਸਾਡੀ ਜ਼ਿੰਦਗੀ ਦਾ ਹਿੱਸਾ ਰਿਹਾ, ਪਰ ਬਹੁਤ ਸਾਰੇ ਲੋਕਾਂ ਦੇ ਲਈ 2021 ਵਧੀਆ ਵੀ ਰਿਹਾ ਕਿਉਂਕਿ ਸਾਨੂੰ ਟਾਈਮ ਮਿਲਿਆ ਪਰਿਵਾਰਾਂ ਦੇ ਵਿੱਚ ਬੈਠਣ ਦਾ, ਸਾਨੂੰ ਟਾਈਮ ਮਿਲਿਆ ਆਪਣਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਨ ਦਾ, ਸਾਨੂੰ ਟਾਈਮ ਮਿਲਿਆ ਆਪਣਾ ਬਿਜ਼ਨਸ ਗਰੋ ਕਰਨ ਦਾ, ਬਿਜ਼ਨਸ ਨੂੰ ਨਵੇਂ ਢੰਗਾਂ ਦੇ ਨਾਲ ਚਲਾਉਣ ਦਾ, ਜਿਸ ਦੇ ਵਿੱਚ ਪਲਾਨ ਇੰਸ਼ੋਰੈਂਸ ਦੇ ਵੱਲੋਂ ਐਪ ਵੀ ਸਾਡੇ ਹੱਥਾਂ ਦੇ ਵਿੱਚ ਆਈ ਤਾਂ ਉਹ ਐਪ ਸਾਡੇ ਦੇ ਲਈ ਇੰਨੀ ਵਧੀਆ ਰਹੀ ਕਿ ਅਸੀਂ ਸਿਰਫ ਤੇ ਸਿਰਫ ਆਪਣੀ ਇਨਫੋਰਮੇਸ਼ਨ ਪਾ ਕੇ ਸਾਨੂੰ ਪਤਾ ਲੱਗ ਸਕਦਾ ਕਿ ਪਾਲਿਸੀਜ਼ ਸਾਡੇ ਲਈ ਕਿਸ ਤਰ੍ਹਾਂ ਦੀਆਂ ਹੋਣਗੀਆਂ ਤੇ ਬੜੀਆਂ ਵਧੀਆ ਸੇਵਾਵਾਂ ਇਹਨਾਂ ਦੇ ਦੁਆਰਾ ਦਿੱਤੀਆਂ ਗਈਆਂ। ਲਗਾਤਾਰ ਸਟੂਡੀਓ ਦੇ ਵਿੱਚ ਆਉਂਦੇ ਰਹੇ, ਸਟੂਡੀਓ ਦੇ ਵਿੱਚ ਆ ਕੇ ਸਾਨੂੰ ਦੱਸਦੇ ਰਹੇ ਕਿ ਕੀ ਕੁਝ ਹੋ ਰਿਹਾ ਇੰਡਸਟਰੀ ਦੇ ਵਿੱਚ, ਕੀ ਕੁਝ ਹੋ ਰਿਹਾ ਤੇ ਤੁਹਾਡੇ ਲਈ ਕਿਹੜੀਆਂ ਪਾਲਿਸੀਜ਼ ਲਾਹੇਵੰਦ ਹੋ ਸਕਦੀਆਂ ਨੇ। ਆਓ ਇਹਨਾਂ ਦੇ ਮੂੰਹ ਚੋਂ ਸੁਣਦੇ ਹਾਂ ਕਿ ਇਹਨਾਂ ਦਾ 2021 ਕਿਸ ਤਰ੍ਹਾਂ ਦਾ ਰਿਹਾ ਤੇ ਨਾਲ ਹੋਰ ਟਿਪਸ ਲੈਣ ਦੀ ਵੀ ਕੋਸ਼ਿਸ਼ ਕਰਾਂਗੇ। ਆਓ ਫਿਰ ਸਵਾਗਤ ਕਰਦੇ ਹਾਂ ਅਮਰਿੰਦਰ ਨੱਡਾ ਜੀ ਦਾ। ਅਮਰਿੰਦਰ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ ਜੀ, ਥੈਂਕ ਯੂ ਫॉर ਹੈਵਿੰਗ ਮੀ ਹੇਅਰ ਅਗੇਨ। ਸੋ ਟਾਈਮ ਟੂ ਟਾਈਮ ਕੱਢਿਆ ਤੁਸੀਂ ਇੱਥੇ ਪਹੁੰਚੇ ਹੋ ਇੱਕ ਵਾਰ ਫਿਰ, ਲੱਗਦਾ ਇਸ ਸਾਲ ਦੀ ਆਪਣੀ ਲਾਸਟ ਇੰਟਰਵਿਊ ਹੋਣ ਵਾਲੀ ਹੈ, ਲਾਸਟ ਬਟ ਨਾਟ ਦ ਲੀਸਟ। ਅਗਲੇ ਸਾਲ ਫਿਰ ਤੋਂ ਮਿਲਾਂਗੇ, ਪਰ ਇੰਸ਼ੋਰੈਂਸ ਇੰਡਸਟਰੀ ਦੇ ਲਈ ਤੇ ਨਾਲ ਪਲਾਨ ਇੰਸ਼ੋਰੈਂਸ ਦੇ ਲਈ ਇਹ ਸਾਲ ਕਿਸ ਤਰ੍ਹਾਂ ਦਾ ਰਿਹਾ? ਹਾਂਜੀ ਦੇਖੋ ਜੀ, ਇੰਸ਼ੋਰੈਂਸ ਇੰਡਸਟਰੀ 'ਚ ਵੀ ਕਾਫੀ ਉਤਾਰ ਚੜ੍ਹਾਅ ਆਏ ਜੀ ਇਸ ਸਾਲ ਦੇ ਵਿੱਚ। ਜਿੱਦਾਂ ਤੁਸੀਂ ਦੱਸਿਆ ਹੀ ਹੈ, ਕੋਵਿਡ ਕਰਕੇ ਕਾਫੀ ਰਿਸਟ੍ਰਿਕਸ਼ਨਸ ਆਈਆਂ, ਕਾਫੀ ਚੇਂਜਸ ਹੋਈਆਂ, ਕਈ ਪਾਲਿਸੀਜ਼ ਹੋਈਆਂ ਸੀ। ਪਹਿਲਾਂ ਅਪਰੂਵਲ ਹੋ ਗਿਆ, ਉਸ ਤੋਂ ਬਾਅਦ ਕਈ ਪਾਲਿਸੀਜ਼ ਦੀਆਂ ਉਹਨਾਂ ਨੇ ਇਨ ਬਿਟਵੀਨ ਕਈ ਚੇਂਜਸ ਹੋ ਗਈਆਂ, ਖਾਸ ਕਰਕੇ ਜਿਹੜੀਆਂ ਟਰੈਵਲ ਰਿਲੇਟਡ ਸੀਗੀਆਂ ਜੀ, ਰਾਈਟ। ਸੋ ਕੋਈ ਟਰੈਵਲ ਤੇ ਗਿਆ ਸੀਗਾ, ਜਦੋਂ ਲੈ ਕੇ ਗਏ ਸੀ ਪਾਲਿਸੀ ਉਦੋਂ ਕੋਈ ਹੋਰ ਕਵਰੇਜ ਸੀਗੀ, ਇੱਕਦਮ ਜਦੋਂ ਕੋਵਿਡ ਜ਼ਿਆਦਾ ਵੱਧ ਗਿਆ, ਉਹਨਾਂ ਨੇ ਰੀਕਾਲ ਕਰ ਲਿਆ, ਟਰੈਵਲ ਰਿਸਟ੍ਰਿਕਸ਼ਨਸ ਲੱਗ ਗਈਆਂ, ਡਿਫਰੈਂਟ ਲੈਵਲਸ ਲੱਗ ਜਾਂਦੇ ਆ ਜੀ, ਜਿੱਦਾਂ ਵਾਰਨਿੰਗਸ ਹੋ ਜਾਂਦੀਆਂ ਵੀ ਤੁਸੀਂ ਨਾ ਜਾਓ ਜੇ ਐਸੈਂਸ਼ੀਅਲ ਟਰੈਵਲ ਨਹੀਂ ਹੈਗਾ। ਸੋ ਉਹਨੂੰ ਦੇਖਦੇ ਹੋਏ ਜੀ ਕਾਫੀ ਜਿਹੜੇ ਉਤਾਰ ਚੜ੍ਹਾਅ ਚੱਲਦੇ ਰਹੇ, ਪਰ ਨਾਲ ਦੇ ਨਾਲ ਇੱਕ ਜਿਹੜੀ ਮੇਨ ਚੀਜ਼ ਹੋਈ ਜੀ ਕਿ ਜਿਹੜੀ ਆਨਲਾਈਨ ਸੀਗਾ, ਸਾਰੀਆਂ ਹੀ ਕੰਪਨੀਆਂ ਇੰਕਲੂਡਿੰਗ ਪਲਾਨ ਇੰਸ਼ੋਰੈਂਸ ਕਾਫੀ ਜਿੰਨੀਆਂ ਵੱਡੀਆਂ ਕੰਪਨੀਆਂ ਸੀਗੀਆਂ ਸਾਰਿਆਂ ਨੇ ਆਨਲਾਈਨ ਪ੍ਰੈਜ਼ੈਂਸ ਜਿਹੜੀ ਆਪਣੀ ਹੋਰ ਇੰਕਰੀਜ਼ ਕਰ ਦਿੱਤੀ। ਸੋ ਬੇਸਿਕਲੀ ਪਹਿਲਾਂ ਤਾਂ ਇੱਕਾ ਦੁੱਕਾ ਕੰਪਨੀ ਸੀ ਜਿਹੜੀਆਂ ਸਿਰਫ ਆਨਲਾਈਨ ਕਰਦੀਆਂ ਸੀਗੀਆਂ, ਪਰ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿੰਨੀਆਂ ਮੇਜਰ ਕੰਪਨੀਜ਼ ਨੇ ਜੀ ਉਹ ਸਾਰੀਆਂ ਆਨਲਾਈਨ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਾ ਰਹੀਆਂ ਨੇ। ਚਾਹੇ ਕੋਈ ਇੰਸ਼ੋਰੈਂਸ ਹੋਵੇ, ਲਾਈਫ ਇੰਸ਼ੋਰੈਂਸ ਆ, ਚਾਹੇ ਕ੍ਰਿਟੀਕਲ ਆ, ਚਾਹੇ ਡਿਸੇਬਿਲਿਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਸਾਰਾ ਕੁਝ ਹੁਣ ਆਨਲਾਈਨ ਹੀ ਹੋ ਰਿਹਾ, ਤੁਹਾਨੂੰ ਬੰਦੇ ਨੂੰ ਮਿਲਣ ਦੀ ਵੀ ਲੋੜ ਨਹੀਂ ਪੈਂਦੀ, ਓਵਰ ਦਾ ਫੋਨ, ਓਵਰ ਜ਼ੂਮ ਕਾਲ, ਸ਼ੁਰੂ ਤੋਂ ਲੈ ਕੇ ਐਂਡ ਤੱਕ ਡਿਲੀਵਰੀ ਤੱਕ ਵੀ ਜਿਹੜੀ ਪਾਲਿਸੀ ਹੈ ਉਹ ਤੁਹਾਨੂੰ ਆਨਲਾਈਨ ਹੀ ਹੋ ਜਾਂਦਾ ਜੀ ਸਾਰਾ ਕੁਝ। ਸੋ ਇਹ ਜਿਹੜਾ ਇੱਕ ਚੇਂਜ ਹੈ ਜੀ, ਇਹ ਬਹੁਤ ਵੱਡਾ ਚੇਂਜ ਸੀਗਾ। ਪਰ ਇਹਦੇ ਨਾਲ ਪਲਾਨ ਇੰਸ਼ੋਰੈਂਸ ਨੇ, ਜਿੱਦਾਂ ਤੁਸੀਂ ਦੱਸਿਆ, ਐਪ ਜਿਹੜੀ ਇੱਕ ਬਹੁਤ ਜ਼ਰੂਰੀ ਸੀ ਜੀ, ਉਹ ਆਪਣੀ ਕਮਿਊਨਿਟੀ 'ਚ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਵੀ ਲੋਕੀ ਕਹਿੰਦੇ ਵੀ ਅਸੀਂ ਆਪਣਾ ਹੋਮਵਰਕ ਕਰਨਾ, ਅਸੀਂ ਦੇਖਣਾ ਚਾਹੁੰਦੇ ਹਾਂ। ਕਈ ਵਾਰੀ ਤੁਸੀਂ ਜਦੋਂ ਆਪਣੇ ਫੋਨ ਤੇ ਆਪਾਂ ਵੈਬਸਾਈਟ ਖੋਲ੍ਹਦੇ ਹਾਂ, ਕੋਈ ਉਹਨੂੰ ਛੋਟੀ ਕਰੋ, ਵੱਡੀ ਕਰੋ, ਇੱਦਾਂ ਹੀ ਉਂਗਲਾਂ ਮਾਰਦੇ ਰਹਿੰਦੇ ਹਾਂ। ਸੋ ਉਸ ਚੀਜ਼ ਨੂੰ ਬਚਣ ਵਾਸਤੇ ਜੀ ਜਿਹੜੀ ਆਪਾਂ ਜਦੋਂ ਐਪ ਡਾਊਨਲੋਡ ਕਰ ਦਿੱਤਾ ਜੀ, ਸ਼ੁਰੂ ਕਰ ਲਿਆ, ਲੋਕ ਸਾਰੇ ਫ੍ਰੀ 'ਚ ਡਾਊਨਲੋਡ ਕਰ ਸਕਦੇ ਆ, ਚਾਹੇ ਤੁਹਾਡੇ ਕੋਲ ਐਪਲ ਫੋਨ ਆ, ਚਾਹੇ ਤੁਹਾਡੇ ਕੋਲੇ ਐਂਡਰੋਇਡ ਦਾ ਫੋਨ ਆ, ਇਟਸ ਫ੍ਰੀ ਆਫ ਕਾਸਟ। ਸੋ ਤੁਸੀਂ ਡਾਊਨਲੋਡ ਕਰਕੇ ਆਪਣਾ ਜਿਹੜਾ ਹੋਮਵਰਕ ਹੈ ਜੀ ਤੁਸੀਂ ਉਹ ਐਪ ਦੇ ਥਰੂ ਹੀ ਦੇਖ ਸਕਦੇ ਹੋ ਵੀ ਕੀ ਕਾਸਟ ਆ, ਜੇ ਕੋਈ ਇਨਫੋਰਮੇਸ਼ਨ ਲੈਣੀ ਹੈ ਕੰਪਨੀ ਬਾਰੇ ਜਾਂ ਕੋਈ ਪਲਾਨ ਬਾਰੇ, ਸਾਰੀ ਇਨਫੋਰਮੇਸ਼ਨ ਆਨਲਾਈਨ ਐਪ ਦੇ ਉੱਤੇ ਅਵੇਲੇਬਲ ਹੈਗੀ ਹੈ ਜੀ। ਸੋ ਇਹ ਸਾਰੀਆਂ ਚੇਂਜਸ ਦੇ ਥਰੂ ਜੀ, ਪਰ ਬੇਸਿਕਲੀ ਜਿਹੜਾ ਮੇਨ ਫੋਕਸ ਸੀਗਾ
ਵੀ ਮੇਕ ਸ਼ੋਰ ਕਰਨਾ ਵੀ ਕਲਾਇੰਟਸ ਨੂੰ ਐਜੂਕੇਟ ਕਰਨਾ, ਰਾਈਟ। ਸੋ ਉਹ ਸਾਰਾ ਸਾਲ ਦੌਰਾਨ ਜੀ ਚਾਹੇ ਅਪ ਡਾਊਨ ਰਿਹਾ, ਕੋਵਿਡ ਵਧਿਆ ਘਟਿਆ, ਚਾਹੇ ਓਵਰ ਦਾ ਫੋਨ, ਚਾਹੇ ਇੱਥੇ ਆ ਕੇ ਲਾਈਕ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਲੋਕਾਂ ਨਾਲ ਇਨ ਟੱਚ ਜ਼ਰੂਰ ਰਹੇ, ਉਹਨਾਂ ਨੂੰ ਜ਼ਰੂਰ ਦੱਸਿਆ ਵੀ ਓਕੇ ਜੋ ਤੁਹਾਡੇ ਕੋਲ ਅਵੇਲੇਬਿਲਿਟੀ ਕੀ ਹੈ, ਕੋਈ ਨਵੀਂ ਕੋਈ ਜੇ ਆਪਸ਼ਨ ਆਈ, ਕੋਈ ਨਵੀਂ ਕੋਈ ਪ੍ਰਮੋਸ਼ਨ ਆਈ, ਕੋਈ ਨਵੀਂ ਕੰਪਨੀ ਦਾ ਕੋਈ ਪਲਾਨ ਆਇਆ, ਹਮੇਸ਼ਾ ਸਭ ਤੋਂ ਪਹਿਲਾਂ ਆ ਕੇ ਦੱਸਿਆ ਵੀ ਓਕੇ ਆਹ ਚੀਜ਼ਾਂ ਤੁਹਾਡੇ ਵਾਸਤੇ ਅਵੇਲੇਬਲ ਨੇ, ਤਾਂ ਕਿ ਲੋਕੀ ਐਜੂਕੇਟ ਰਹਿਣ ਤੇ ਆਪਣਾ ਸਹੀ ਜਿਹੜਾ ਡਿਸੀਜਨ ਉਹ ਬਣਾ ਸਕਣ। ਸੋ ਇਹ ਸਾਰਾ ਉਤਾਰ ਚੜ੍ਹਾਅ ਚੱਲਦਾ ਰਿਹਾ ਜੀ। ਸੋ ਹੋਪਫੁਲੀ ਹੁਣ 2022 ਜਿਵੇਂ ਕਹਿੰਦੇ ਆ ਜੀ, ਥਿੰਗਸ ਵਿਲ ਸਟਾਰਟ ਗੈਟਿੰਗ ਬੈਟਰ। ਹਜੇ ਤਾਂ ਜਿਹੜਾ ਚੱਲ ਰਿਹਾ ਜੀ ਕੋਵਿਡ, ਉਹਦੇ ਕਰਕੇ ਵੀ ਹੁਣ ਕਾਫੀ ਚੇਂਜਸ ਚੱਲ ਰਹੀਆਂ ਨੇ ਇੰਡਸਟਰੀ ਦੇ ਵਿੱਚ, ਪਰ ਨਾਲ ਦੀ ਨਾਲ ਇਹੀ ਹੈ ਜੀ ਕਿ ਜਿੰਨਾ ਆਪਾਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ, ਆਪਣੀ ਫੈਮਿਲੀ ਨੂੰ ਸੇਫ ਰੱਖ ਸਕਦੇ ਹਾਂ, ਉਹਨਾਂ ਜ਼ਰੂਰ ਕਰੀਏ। ਜੋ ਪ੍ਰੋਟੋਕੋਲ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰੀਏ। ਪਲਾਨ ਇੰਸ਼ੋਰੈਂਸ 'ਚ ਹਰੇਕ ਪ੍ਰੋਟੋਕੋਲ ਫੋਲੋ ਕੀਤਾ ਜਾਂਦਾ ਜੀ, ਡਿਸਟੈਂਸਿੰਗ, ਸੋਸ਼ਲ ਡਿਸਟੈਂਸਿੰਗ, ਮਾਸਕ, ਸੈਨੀਟਾਈਜ਼ਿੰਗ, ਉਹ ਸਾਰਾ ਆਫਿਸ ਦੇ ਵਿੱਚ ਵੀ ਪ੍ਰੋਵਾਈਡ ਕੀਤਾ ਜਾਂਦਾ। ਸੋ ਓਵਰਆਲ ਜੀ ਜਿੱਦਾਂ ਕਹਿ ਲਈਏ ਕਿ ਲੋਕਾਂ ਦੇ ਨਾਲ ਹੀ ਆ ਜੀ, ਸੋ ਨਾ ਕਹਿ ਸਕਦੇ ਬਹੁਤ ਗ੍ਰੇਟ, ਨਾ ਕਹਿ ਸਕਦੇ ਬਹੁਤ ਮਾੜਾ, ਐਟ ਐਂਡ ਆਫ ਦਾ ਡੇ ਇਟਸ ਡੀਸੈਂਟ ਈਅਰ। ਦੁੱਖ ਵੀ ਹੁੰਦਾ ਜਿਹਨਾਂ ਕਈ ਪਰਿਵਾਰਾਂ 'ਚ ਜਿਹੜੀਆਂ ਕਈ ਟ੍ਰੈਜਡੀ ਹੋਈਆਂ ਜੀ ਉਹਨਾਂ ਨੂੰ, ਪਰ ਨਾਲ ਦੀ ਨਾਲ ਜਿਹੜੀ ਕਈਆਂ ਚੰਗੀਆਂ ਚੀਜ਼ਾਂ ਹੋਈਆਂ ਉਹਨਾਂ ਦਾ ਵੀ ਸ਼ੁਕਰਾਨਾ ਕਰੀਦਾ। ਸੋ ਮਿਲਿਆ ਜਿੱਦਾਂ ਕਹਿ ਸਕਦੇ ਜੀ ਵੀ ਮਿਕਸ ਜਿਹਾ ਰਿਹਾ ਜੀ, ਮਿਕਸ ਜਿਹਾ ਸਾਲ ਰਿਹਾ ਜੀ ਸਾਰਾ ਜੀ। ਬਿਲਕੁਲ। ਸੋ ਕਹਿ ਸਕਦੇ ਹਾਂ ਕਿ ਜਿੱਥੇ ਸੁੱਖ ਆਇਆ ਉੱਥੇ ਦੁੱਖ ਵੀ ਆਇਆ, ਜਿੱਥੇ ਦੁੱਖ ਆਇਆ ਉੱਥੇ ਸੁੱਖ ਵੀ ਆਇਆ, ਪਰ ਇਹ ਹੈ ਕਿ ਜਿਵੇਂ ਜਿਵੇਂ ਟਾਈਮ ਦੇ ਨਾਲ ਚੱਲਣਾ, ਗੋਇੰਗ ਵਿਦ ਫਲੋ, ਗੋ ਵਿਦ ਦ ਫਲੋ ਕਹਿੰਦੇ ਆ ਨਾ, ਉਹ ਸਭ ਤੋਂ ਜ਼ਰੂਰੀ ਹੁੰਦਾ ਕਿ ਫਲੋ ਦੇ ਨਾਲ ਚੱਲੀ ਜਾਓ। ਪਰ ਨਾਲ ਨਾਲ ਜੋ ਵਧੀਆ ਕੰਮ ਕੀਤਾ ਗਿਆ ਤੁਹਾਡੇ ਵੱਲੋਂ ਕਿ ਲੋਕਾਂ ਨੂੰ ਐਜੂਕੇਟ ਕੀਤਾ ਗਿਆ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਲੋਕਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਲਈ ਹੈ, ਕਿਉਂਕਿ ਅਸੀਂ ਕਈ ਵਾਰ ਪਾਲਿਸੀਜ਼ ਜਿਹੜੀਆਂ ਨੇ ਕਹਿ ਦਿੰਦੇ ਕੋਈ ਨਹੀਂ ਥੋੜਾ ਟਾਈਮ ਫੇਰ ਵੇਖ ਲਾਂਗੇ, ਕੋਈ ਨਹੀਂ ਅਜੇ ਕੀ ਆ, ਅਜੇ ਸਾਡਾ ਸਰਦਾ ਪਿਆ, ਅਸੀਂ ਐਂ ਕਹਿ ਦਿੰਦੇ ਹਾਂ। ਪਰ ਇਹ ਚੀਜ਼ਾਂ ਜਿਹੜੀਆਂ ਨੇ ਬਹਾਨਿਆਂ ਤੋਂ ਸਾਨੂੰ ਬਚਣਾ ਚਾਹੀਦਾ ਤੇ ਛੇਤੀ ਤੋਂ ਛੇਤੀ ਇੱਕ ਪਾਲਿਸੀ ਜਿਹੜੀ ਆ ਹੋਣੀ ਚਾਹੀਦੀ ਆ ਤੁਹਾਡੇ ਕੋਲ। ਤੁਸੀਂ ਉਹਨੇ ਮੈਂਸ਼ਨ ਕੀਤਾ ਟਰੈਵਲ ਨੂੰ ਲੈ ਕੇ, ਹੁਣ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ, ਹੁਣ ਚਾਹੇ ਉਹ ਟਰੈਵਲ ਕੋਈ ਆ ਰਿਹਾ ਹੈਗਾ ਵਕੇਸ਼ਨ ਦੇ ਲਈ ਆ ਰਿਹਾ ਹੈਗਾ, ਚਾਹੇ ਉਹ ਕੋਈ ਸੁਪਰ ਵੀਜ਼ੇ ਤੇ ਆ ਰਿਹਾ, ਉਹ ਸਾਰੇ ਜਿਹੜੇ ਕਿ ਆ ਰਹੇ ਆ ਡਿਊ ਟੂ ਦੋਜ਼ ਰਿਸਟ੍ਰਿਕਸ਼ਨਸ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ? ਹਾਂਜੀ, ਦੇਖੋ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ, ਬਿਲਕੁਲ ਜਿਹੜੀ ਟਰੈਵਲ ਦੇ ਵਿੱਚ ਹੈ ਜੀ, ਜਦੋਂ ਕੋਈ ਤੁਹਾਡੀ ਕੰਟਰੀ ਲੈਟਸ ਸੇ ਫॉर ਐਗਜ਼ਾਮਪਲ ਕੈਨੇਡਾ ਕਹਿ ਦਿੰਦਾ ਵੀ ਓਕੇ ਹੁਣ ਲੈਵਲ 3 ਐਡਵਾਈਜ਼ਰੀ ਹੈ ਜਾਂ ਲੈਵਲ 4 ਐਡਵਾਈਜ਼ਰੀ ਹੈ। ਸੋ ਇਹ ਜਿਹੜੇ ਲੈਵਲ ਨੇ ਜੀ ਇਹ ਸਮਝਣਾ ਬਹੁਤ ਜ਼ਰੂਰੀ ਹੈ। ਉਹਦਾ ਰੀਜ਼ਨ ਇਹ ਹੈ, ਜਦੋਂ ਆਪਾਂ ਹੁਣ ਫॉर ਐਗਜ਼ਾਮਪਲ ਲੈਵਲ 3 ਦਾ ਮਤਲਬ ਹੁੰਦਾ ਜੀ ਕਿ ਨਾਨ ਐਸੈਂਸ਼ੀਅਲ ਟਰੈਵਲ ਨਾ ਕਰੋ, ਪਰ ਉਹਦੇ 'ਚ ਇਹ ਹੈ ਵੀ ਕੰਪਨੀਆਂ ਤੁਹਾਨੂੰ ਫਿਰ ਵੀ ਜੇ ਤੁਸੀਂ ਕਰਦੇ ਵੀ ਹੋ ਟਰੈਵਲ, ਤੁਹਾਨੂੰ ਉਹਦੇ ਵਿੱਚ ਕੋਵਿਡ ਦੀ ਕਵਰੇਜ ਕਵਰ ਕਰਦੀ ਹੈ। ਹੁਣ ਲੈਵਲ 4 ਦੇ ਵਿੱਚ ਕੀ ਹੋ ਜਾਂਦਾ ਜੀ, ਜੇ ਤੁਹਾਨੂੰ ਲੈਵਲ 4 ਕਹਿ ਦਿੰਦੀ ਹੈ ਕੈਨੇਡਾ ਗਵਰਨਮੈਂਟ, ਉੱਥੇ ਫੇਰ ਹੁੰਦਾ ਜੀ ਵੀ ਚਾਹੇ ਤੁਸੀਂ ਅਸੈਂਸ਼ੀਅਲ ਜਾਂ ਨਾਨ ਅਸੈਂਸ਼ੀਅਲ ਲਈ ਤੁਸੀਂ ਟਰੈਵਲ ਤੇ ਗਏ ਹੋ, ਕੰਪਨੀਆਂ ਕਹਿ ਸਕਦੀਆਂ ਵੀ ਅਸੀਂ ਤੁਹਾਨੂੰ ਜਿਹੜੀ ਕੋਵਿਡ ਦੇ ਰਿਲੇਟਡ ਕਵਰੇਜ ਆ ਉਹ ਅਸੀਂ ਪ੍ਰੋਵਾਈਡ ਨਹੀਂ ਕਰਾਣੀ। ਸੋ ਜੇ ਕੋਈ ਹੁਣ ਆਲਰੇਡੀ ਪਾਲਿਸੀ ਲੈ ਕੇ ਜਾ ਚੁੱਕਾ, ਠੀਕ ਹੈ, ਜਦੋਂ ਇੱਥੇ ਗਏ ਸੀ ਉਦੋਂ ਠੀਕ ਸੀਗਾ, ਹੁਣ ਉੱਥੇ ਜਾ ਕੇ ਲੈਵਲ 4 ਹੋ ਗਈ ਹੈ, ਤੇ ਕੰਪਨੀ ਕਹਿੰਦੀ ਕੋਈ ਗੱਲ ਨਹੀਂ, ਤੁਹਾਨੂੰ ਡਿਪੈਂਡਿੰਗ ਔਨ ਕਿਹੜਾ ਪ੍ਰੋਡਕਟ ਹੈ ਜੀ, ਕਿਹੜਾ ਕੰਪਨੀ ਹੈ, ਤੁਹਾਨੂੰ ਅਪ ਟੂ 10 ਡੇਜ਼ ਤੱਕ ਦੇ ਦਿੰਦੇ ਆ ਵੀ ਤੁਸੀਂ 10 ਦਿਨ ਦੇ ਵਿੱਚ ਜੇ ਤੁਸੀਂ ਵਾਪਸ ਆ ਸਕਦੇ ਹੋ, ਠੀਕ ਹੈ। ਜੇ ਵਾਪਸ ਨਹੀਂ ਆ ਸਕਦੇ, ਉਹਨਾਂ ਨੇ ਕਿਹਾ ਵੀ ਤੁਹਾਨੂੰ 10 ਦਿਨ ਤੱਕ ਕਵਰੇਜ ਹੈ, ਨਹੀਂ ਤਾਂ ਤੁਸੀਂ ਆਪਣਾ ਹੋਰ ਕੋਈ ਇੰਤਜ਼ਾਮ ਕਰੋ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੀ। ਜੇ ਤੁਸੀਂ ਟਰੈਵਲ ਤੇ ਇੱਥੇ ਆ ਰਹੇ ਹੋ ਜਾਂ ਇੱਥੋਂ ਟਰੈਵਲ ਤੋਂ ਕਿਤੇ ਬਾਹਰ ਜਾ ਰਹੇ ਹੋ, ਕੈਨੇਡਾ ਤੋਂ ਬਾਹਰ ਕਿਤੇ ਜਾ ਰਹੇ ਹੋ, ਕੋਈ ਇੰਡੀਆ ਜਾ ਰਿਹਾ, ਕੋਈ ਪਾਕਿਸਤਾਨ, ਕੋਈ ਸ਼੍ਰੀਲੰਕਾ, ਜਿੱਥੇ ਵੀ ਘੁੰਮਣ ਫਿਰਨ ਜਾ ਰਹੇ ਆ, ਕੋਈ ਮੈਕਸੀਕੋ, US, ਆਪਣੀ ਕਵਰੇਜ ਜ਼ਰੂਰ ਕਰਵਾ ਕੇ ਜਾਓ, ਦੇਖ ਕੇ ਜਾਓ ਇਹ ਜਿੰਨੀ ਦੇਰ ਦੀ ਤੁਸੀਂ ਜਾ ਰਹੇ ਹੋ ਤੁਹਾਡੀ ਜਿਹੜੀ ਕਵਰੇਜ ਆ ਉਹ ਕੀ ਕਵਰ ਕਰ ਰਹੀ ਹੈ। ਕਿਉਂਕਿ ਕੋਵਿਡ ਤਾਂ ਚਲੋ ਇੱਕ ਚੀਜ਼ ਹੈ ਹੀ ਹੈ, ਪਰ ਕੋਵਿਡ ਤੋਂ ਇਲਾਵਾ ਮੋਸਟਲੀ ਕੰਪਨੀਆਂ ਬਾਕੀ ਸਾਰੀਆਂ ਚੀਜ਼ਾਂ ਕਵਰ ਕਰ ਰਹੀਆਂ, ਸਿਰਫ ਕੋਵਿਡ ਤੇ ਆ ਕੇ ਥੋੜਾ ਜਿਹਾ ਜਿਹੜਾ ਜੀ ਕਿੰਤੂ ਪਰੰਤੂ ਹੁੰਦਾ ਹੈ। ਸੋ ਉਸ ਚੀਜ਼ ਨੂੰ ਹਮੇਸ਼ਾ ਹਜੇ ਵੀ ਕੰਪਨੀਆਂ ਨੇ ਜਿਹੜੀਆਂ ਪੂਰੀਆਂ ਪ੍ਰੋਪਰ ਕੋਵਿਡ ਦੀ ਕਵਰੇਜ ਕਰਦੀਆਂ ਨੇ, ਖਾਸ ਕਰਕੇ ਜੇ ਹੁਣ ਤੁਸੀਂ ਕੋਈ ਸੁਪਰ ਵੀਜ਼ਾ ਤੇ ਆ ਰਿਹਾ ਜੀ, ਠੀਕ ਹੈ, ਹੁਣ ਜੋ ਸੁਪਰ ਵੀਜ਼ਾ ਲਿਆ ਸੀਗਾ ਜਦ ਤੱਕ ਪ੍ਰੋਸੈਸਿੰਗ ਕਰਦੇ ਜੇ ਟਾਈਮ ਲੱਗ ਚੁੱਕਾ ਆ, ਹਮੇਸ਼ਾ ਆਪਣੇ ਐਡਵਾਈਜ਼ਰ ਨਾਲ ਚੈੱਕ ਕਰ ਲਓ ਵੀ ਕੋਈ ਹੋਰ ਚੇਂਜਸ ਤਾਂ ਨਹੀਂ ਆਈਆਂ ਮੇਰੇ ਪਲਾਨ 'ਚ, ਕੋਈ ਮੇਰੀ ਕਾਸਟ ਤਾਂ ਨਹੀਂ ਕੋਈ ਵਧੀ, ਕੋਈ ਮੇਰੀ ਐਕਸਟਰਾ ਫੀਸ ਤਾਂ ਨਹੀਂ ਲੱਗ ਰਹੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਆਪਣੇ ਐਡਵਾਈਜ਼ਰ ਨਾਲ ਇਨ ਟੱਚ ਰਹੋ, ਹਮੇਸ਼ਾ ਚੈੱਕ ਕਰੋ। ਤੇ ਜੇ ਫਿਰ ਵੀ ਕੋਈ ਕੁਐਸਚਨ ਰਹਿ ਜਾਂਦਾ ਜੀ, ਲਾਈਕ ਜੇ ਕੁਝ ਸਮਝ ਨਹੀਂ ਆ ਰਿਹਾ, ਡੈਫੀਨਿਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਡਜ਼ਨਟ ਮੈਟਰ ਜੇ ਤੁਸੀਂ ਕਿਤੋਂ ਵੀ ਪਲਾਨ ਲਿਆ ਹੋਇਆ, ਮੈਂ ਤੁਹਾਨੂੰ ਗਾਈਡ ਕਰ ਸਕਦਾ ਤਾਂ ਵੀ ਤੁਸੀਂ ਆਪਣੇ ਐਡਵਾਈਜ਼ਰ ਤੋਂ ਕੀ ਪੁੱਛਣਾ ਆ, ਰਾਈਟ। ਸੋ ਇਹ ਨਹੀਂ ਮਕਸਦ ਵੀ ਓਕੇ ਵੀ ਤੁਸੀਂ ਸਾਰੇ ਸਾਡੇ ਕੋਲ ਹੀ ਆ ਜਾਓ, ਰਾਈਟ। ਸੋ ਹੋਰ ਵੀ ਬਹੁਤ ਐਡਵਾਈਜ਼ਰ ਨੇ ਜਿਹੜਾ ਵਧੀਆ ਕੰਮ ਕਰ ਰਹੇ ਜੀ, ਪਰ ਦੱਸਣਾ ਜ਼ਰੂਰੀ ਹੈ ਵੀ ਓਕੇ ਤੁਹਾਡੀ ਪਾਲਿਸੀ ਦੇ ਵਿੱਚ ਕੀ ਹੈਗਾ ਨਾ, ਤਾਂ ਕਿ ਤੁਹਾਨੂੰ ਕਲੈਰਿਟੀ ਹੋਵੇ ਵੀ ਓਕੇ ਜਦੋਂ ਕੱਲ ਨੂੰ ਮੇਰੀ ਪਾਲਿਸੀ ਦੀ ਮੈਨੂੰ ਲੋੜ ਆ, ਉਸ ਵੇਲੇ ਤੁਹਾਡੇ ਵਾਸਤੇ ਉਹ ਹੈਲਪਫੁਲ ਵੀ ਹੈਗੀ ਹੈ ਕਿ ਉਹ ਸਿਰਫ ਪੇਪਰ ਦਾ ਟੁਕੜਾ ਹੀ ਹੈ ਜੀ। ਦੈਟਸ ਰੀਅਲੀ ਨਾਈਸ ਆਫ ਯੂ ਕਿ ਤੁਸੀਂ ਕਿਹਾ ਕਿ ਸਾਨੂੰ ਕੋਈ ਵੀ ਫੋਨ ਕਰ ਸਕਦਾ ਹੈ, ਕੋਈ ਵੀ ਸਲਾਹ ਲੈ ਸਕਦਾ ਹੈ, ਇਹ ਨਹੀਂ ਕਿ ਸਿਰਫ ਤੇ ਸਿਰਫ ਪਾਲਿਸੀ ਹੋਈ ਤੁਸੀਂ ਕਰਵਾਉਣੀ ਹੈ। ਸੋ ਸਲਾਹ ਹਿਊਮੈਨਿਟੀ ਵੀ ਕੋਈ ਚੀਜ਼ ਹੁੰਦੀ ਹੈ। ਸੋ ਇਹ ਹੈ ਕਿ ਜ਼ਰੂਰ ਜੇ ਤੁਹਾਨੂੰ ਕੋਈ ਡਾਊਟ ਹੈਗਾ, ਕੁਐਸਚਨ ਹੈਗਾ ਤਾਂ ਜ਼ਰੂਰ ਫੋਨ ਕੀਤਾ ਜਾ ਸਕਦਾ। ਪਰ ਹੁਣ ਅਮਰਿੰਦਰ ਜੀ ਜਿੱਦਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਪਾਲਿਸੀਜ਼ ਨੇ ਤੇ ਲਾਈਫ ਇੰਸ਼ੋਰੈਂਸ ਜਿਹੜੀ ਮਸਟ ਹੈ, ਹੁਣ ਉਸ ਦੇ ਉੱਤੇ ਤੁਸੀਂ ਹਮੇਸ਼ਾ ਸਾਨੂੰ ਅਪਡੇਟ ਕਰਦੇ ਰਹਿੰਦੇ ਆ ਕਿ ਪ੍ਰਮੋਸ਼ਨਸ ਹੈਗੀਆਂ ਨੇ, ਕਿਉਂਕਿ ਆਲ ਦ ਟਾਈਮ ਪ੍ਰਮੋਸ਼ਨਸ ਨਹੀਂ ਹੁੰਦੀਆਂ, ਇੱਕ ਦੋ ਕੰਪਨੀਆਂ ਕਈ ਵਾਰੀ ਪ੍ਰਮੋਸ਼ਨਸ ਦਿੰਦੀਆਂ ਨੇ। ਹੁਣ ਉਹਨਾਂ ਦੇ ਵਿਚਕਾਰ ਕੋਈ ਲਾਈਫ ਇੰਸ਼ੋਰੈਂਸ ਦੇ ਉੱਤੇ ਪਾਲਿਸੀ ਦੇ ਉੱਤੇ ਪ੍ਰਮੋਸ਼ਨਸ ਹੈਗੀਆਂ ਨੇ?
ਮੈਂ ਤੁਹਾਨੂੰ ਉਹਦਾ ਦੱਸਦਾ ਜੀ ਅਰਸ਼ ਜੀ, ਜੇ ਥਰੂ ਆਊਟ ਦਾ ਈਅਰ ਗੱਲ ਕਰੀਏ ਸਿਰਫ 3 ਕੰਪਨੀਆਂ ਨੇ ਜਿਹੜੀਆਂ ਮੇਜਰ ਕੰਪਨੀਆਂ ਨੇ ਪ੍ਰੋਮੋਸ਼ਨ ਲਾਈ ਸੀ ਜੀ। ਸੋ ਸਭ ਤੋਂ ਪਹਿਲਾਂ ਇੱਕ RBC ਦੀ ਪ੍ਰੋਮੋਸ਼ਨ ਆਈ ਜੀ, ਉਹ 10% ਦੀ ਬਹੁਤ ਵਧੀਆ ਪ੍ਰੋਮੋਸ਼ਨ ਸੀਗੀ, ਲੇਕਿਨ ਉਹ ਬਹੁਤ ਲੋਕਾਂ ਨੇ ਉਹਦਾ ਫਾਇਦਾ ਉਠਾਇਆ ਤੇ ਆਪਾਂ ਵੀ ਕਾਫੀ ਲੋਕਾਂ ਦੀ ਹੈਲਪ ਕੀਤੀ ਉਹਦੇ ਵਿੱਚ। ਉਸ ਤੋਂ ਬਾਅਦ 'ਚ ਜਿਹੜੀ ਸੈਕਿੰਡ ਆਈ ਜੀ, ਉਸ ਤੋਂ ਬਾਅਦ 'ਚ ਐਕੁਇਟੇਬਲ ਲਾਈਫ ਇੰਸ਼ੋਰੈਂਸ ਕੰਪਨੀ ਹੈ ਜੀ, ਉਹਨਾਂ ਨੇ ਕਿਹਾ ਵੀ ਅਸੀਂ 15% ਤੱਕ ਜਿਹੜਾ ਹੈ ਟਰਮ ਇੰਸ਼ੋਰੈਂਸ ਤੇ ਆਫ ਦੇਵਾਂਗੇ। ਨਾਲ ਦੀ ਨਾਲ ਹੁਣ ਕੈਨੇਡਾ ਲਾਈਫ ਦੀ ਇੱਕ ਪਾਲਿਸੀ ਹੈਗੀ ਜੋ ਕਹਿੰਦੀ ਵੀ ਅਸੀਂ 10% ਤੱਕ ਆਫ ਦੇਵਾਂਗੇ। ਸੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਥਰੂ ਆਊਟ ਦਾ ਈਅਰ, ਜੇ 1 ਜਾਂ 2 ਜਾਂ ਮੈਕਸਿਮਮ 3 ਕੰਪਨੀਆਂ ਵੀ ਤੁਹਾਨੂੰ ਜੇ ਪ੍ਰੋਡਕਟ ਦੇ ਰਹੀਆਂ ਨੇ ਤਾਂ ਬਹੁਤ ਛੋਟੀ ਪਰਸੈਂਟੇਜ ਆ ਜੇ ਆਪਾਂ ਥਰੂ ਆਊਟ ਦਾ ਈਅਰ ਗੱਲ ਕਰਦੇ ਹਾਂ। ਸੋ ਜਦੋਂ ਵੀ ਇਦਾਂ ਦੀ ਕੋਈ ਪ੍ਰੋਮੋਸ਼ਨ ਆਉਂਦੀ ਹੈ ਜੀ, ਡੈਫੀਨਿਟਲੀ ਅਸੀਂ ਖਾਸ ਕਰਕੇ ਪਲਾਨ ਇੰਸ਼ੋਰੈਂਸ ਤੋਂ ਪ੍ਰਮੋਟ ਕਰੀਦਾ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਤੁਹਾਡੇ ਕੋਲ ਕਿਹੜੀ ਆਪਸ਼ਨਸ ਅਵੇਲੇਬਲ ਨੇ, ਕਿਉਂਕਿ ਜੀ ਪਲਾਨ ਇੰਸ਼ੋਰੈਂਸ ਸਾਰੀਆਂ ਮੇਜਰ ਕੰਪਨੀਆਂ ਨਾਲ ਕੰਮ ਕਰਦੇ ਆ। ਸੋ ਇਸ ਕਰਕੇ ਆਪਣੇ ਕੋਲ ਸਾਰੀਆਂ ਮੇਜਰ ਕੰਪਨੀਆਂ ਦੇ ਕੰਟਰੈਕਟ ਨੇ। ਸੋ ਕੋਈ ਵੀ ਜੇ ਕੋਈ ਪ੍ਰੋਮੋਸ਼ਨ ਆਉਂਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗਦਾ ਵੀ ਓਕੇ ਇਸ ਕੰਪਨੀ ਨੇ ਆਹ ਵਾਲੀ ਪ੍ਰੋਮੋਸ਼ਨ ਹੁਣ ਇਸ ਵੇਲੇ ਲਾਈ ਹੋਈ ਹੈ। ਸੋ ਹੁਣ ਜਿਹੜੀਆਂ ਜੀ ਮੋਸਟਲੀ ਜਿਹੜੀਆਂ ਹੁਣ ਸਿਰਫ 2 ਪ੍ਰੋਮੋਸ਼ਨਾਂ ਰਹਿ ਗਈਆਂ ਸੀ, ਇੱਕ 15% ਤੇ ਇੱਕ 10%, ਉਹ ਵੀ ਹੁਣ ਐਂਡ ਆਫ ਦੀ ਈਅਰ ਖਤਮ ਹੋ ਜਾਣੀ ਹੈ। ਨੈਕਸਟ ਈਅਰ ਦੇ ਵਿੱਚ ਜਦੋਂ ਆਉਣਗੀਆਂ ਜੀ ਡੈਫੀਨਿਟਲੀ ਫਿਰ ਆਪਾਂ ਤੁਹਾਡੇ ਰੂਬਰੂ ਹੋਵਾਂਗੇ। ਪਰ ਬੇਸਿਕਲੀ ਇਹ ਹਮੇਸ਼ਾ ਧਿਆਨ ਰੱਖਣਾ ਵੀ ਜਦੋਂ ਵੀ ਕੋਈ ਇਦਾਂ ਦੀ ਪ੍ਰੋਮੋਸ਼ਨ ਆਉਂਦੀ ਹੈ ਜੀ, ਤੁਸੀਂ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਜ਼ਰੂਰ ਡਿਸਕਸ ਕਰੋ। ਜੇ ਤੁਸੀਂ ਇੰਸ਼ੋਰੈਂਸ ਆਪਣੀ ਲਈ ਹੋਈ ਹੈ ਜਾਂ ਲੈਣ ਬਾਰੇ ਵਿਚਾਰ ਕਰ ਰਹੇ ਹੋ ਤੇ ਬੈਠ ਕੇ ਦੇਖੋ ਵੀ ਉਹ ਤੁਹਾਡੇ ਵਾਸਤੇ ਫਿੱਟ ਬੈਠਦੀ ਹੈ ਕਿ ਨਹੀਂ। ਜ਼ਰੂਰੀ ਨਹੀਂ ਹੈ ਜੀ ਕੋਈ ਵੀ ਸਾਰੀਆਂ ਜਿਹੜੀਆਂ ਆਪਸ਼ਨਸ ਨੇ ਜਾਂ ਪ੍ਰੋਮੋਸ਼ਨਸ ਨੇ ਤੁਹਾਡੇ ਵਾਸਤੇ ਫਿੱਟ ਹੋਣ। ਤੁਹਾਡੀ ਏਜ ਤੇ, ਤੁਹਾਡੀ ਹੈਲਥ ਫੈਕਟਰ ਤੇ, ਤੁਹਾਡੀ ਜ਼ਰੂਰਤ ਤੇ, ਤੁਹਾਡੀ ਕੀ ਰਿਕੁਆਇਰਮੈਂਟ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਬੇਸ ਤੇ ਜਿਹੜੀ ਹੈ ਤੁਹਾਡੀ ਇੰਸ਼ੋਰੈਂਸ ਹੋ ਸਕਦਾ ਕਿਸੇ ਹੋਰ ਕੰਪਨੀ ਤੋਂ ਬੈਟਰ ਰੇਟ ਵੀ ਮਿਲ ਸਕਦਾ ਹੈ। ਸੋ ਅਗੇਨ ਪ੍ਰੋਮੋਸ਼ਨਾਂ ਜ਼ਰੂਰ ਚੱਲਦੀਆਂ ਜੀ, ਆਪਾਂ ਨਾਲ ਦੱਸਦੇ ਵੀ ਹਾਂ, ਲੋਕੀ ਪ੍ਰੋਮੋਸ਼ਨ ਦਾ ਫਾਇਦਾ ਵੀ ਉਠਾਉਂਦੇ ਆ। ਪਰ ਅਗੇਨ ਹਮੇਸ਼ਾ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਦੇਖੋ ਕਿ ਸਿਰਫ ਉਹ ਇੱਕੋ ਹੀ ਕੰਪਨੀ ਨੂੰ ਪ੍ਰਮੋਟ ਕਰ ਰਹੇ ਕਿ ਜਾਂ ਉਹਨਾਂ ਕੋਲ ਹੋਰ ਵੀ ਕੰਪਨੀਆਂ ਹੈਗੀਆਂ ਨੇ, ਤਾਂ ਕਿ ਤੁਹਾਨੂੰ ਜਿਹੜਾ ਬੈਸਟ ਪਲਾਨ ਤੁਹਾਡੀ ਜ਼ਰੂਰਤ ਮੁਤਾਬਕ, ਨਾ ਕਿ ਐਡਵਾਈਜ਼ਰ ਦੇ ਮੁਤਾਬਕ, ਤੁਹਾਡੀ ਜ਼ਰੂਰਤ ਮੁਤਾਬਕ ਉਦਾਂ ਦਾ ਪਲਾਨ ਡਿਜ਼ਾਈਨ ਕਰਕੇ ਦੇਵੇ ਜਿਹੜਾ ਕੱਲ ਨੂੰ ਜ਼ਰੂਰਤ ਵੇਲੇ ਤੁਹਾਡੀ ਤੇ ਤੁਹਾਡੀ ਫੈਮਿਲੀ ਦੇ ਕੰਮ ਵੀ ਆ ਸਕੇ ਜੀ। ਬਿਲਕੁਲ, ਜੇ ਤੁਹਾਡੇ ਪ੍ਰਮੋਸ਼ਨ ਵਾਲੀ ਪਾਲਿਸੀ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਫਿੱਟ ਬੈਠਦੀ ਹੈ ਤਾਂ ਫਿਰ ਉਹ ਚੈਰੀ ਔਨ ਦਾ ਕੇਕ ਹੋ ਜਾਣਾ ਚਾਹੀਦਾ ਆ। ਪਰ ਇਹ ਹੈ ਕਿ ਲੋੜ ਨੂੰ ਦੇਖਦੇ ਹੋਏ ਤੁਸੀਂ ਆਪਣਾ ਪਲਾਨ ਜਿਹੜਾ ਉਹ ਡਿਜ਼ਾਈਨ ਕਰਵਾ ਸਕਦੇ ਆ। ਪਰ ਹੁਣ ਨਾਲ ਜਦੋਂ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਪਾਲਿਸੀਜ਼ ਹੈਗੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਹਦੇ ਵਿਚਕਾਰ ਜਦੋਂ ਕੈਸ਼ਬੈਕ ਵੈਲਿਊ ਦੀ ਗੱਲ ਆਉਂਦੀ ਹੈ ਤਾਂ ਉਹ ਸਾਨੂੰ ਬੜੀ ਵਧੀਆ ਲੱਗਦੀ ਹੈ। ਕੈਸ਼ ਕਿਹਨੂੰ ਨਹੀਂ ਚੰਗਾ ਲੱਗਦਾ। ਸੋ ਉਹ ਜੇ ਕੋਈ ਪਾਲਿਸੀ ਕਰਵਾ ਰਿਹਾ ਤਾਂ ਉਹਨੂੰ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ? ਹਾਂਜੀ ਦੇਖੋ, ਜਦੋਂ ਵੀ ਆਪਾਂ ਕੈਸ਼ਬੈਕ ਵੈਲਿਊ ਦੀ ਗੱਲ ਕਰਦੇ ਹਾਂ ਜੀ, ਹਮੇਸ਼ਾ ਇਹ ਧਿਆਨ ਰੱਖੋ ਜਦੋਂ ਆਪਾਂ ਕੈਸ਼ ਕਢਾਉਣਾ ਹੈ ਪਾਲਿਸੀ 'ਚੋਂ ਉਦੋਂ ਕਿੱਦਾਂ ਨਿਕਲਦਾ ਹੈ। ਫੋਰ ਐਗਜ਼ਾਮਪਲ ਬਹੁਤ ਵਾਰੀ ਮੈਂ ਸੁਣਿਆ ਉਹ ਕਹਿੰਦੇ ਜੀ ਤੁਸੀਂ 20 ਸਾਲ ਪੈਸੇ ਦੇਣੇ ਆ ਜੀ, ਜਾਂ 15 ਸਾਲ ਦੇਣੇ ਆ ਜੀ, 10 ਸਾਲ ਦੇਣੇ ਆ, ਉਸ ਤੋਂ ਬਾਅਦ ਜਿੱਦਾਂ ਜਿੰਨੇ ਜੁੜੇ ਤੁਸੀਂ ਕਢਾ ਲਓ। ਹੁਣ ਦੇਖੋ ਜਦੋਂ ਤੁਸੀਂ ਕਢਾਉਂਦੇ ਹੋ, ਪਹਿਲੀ ਗੱਲ ਤਾਂ ਜੇ ਆਪਾਂ 100% ਮਨੀ ਕਢਾ ਲੈਂਦੇ ਹਾਂ ਜੀ, ਤੁਹਾਡੀ ਪਾਲਿਸੀ ਬੰਦ ਹੋ ਜਾਂਦੀ ਹੈ। ਸੋ ਇਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੈਕੰਡਲੀ ਉਸ ਤੋਂ ਬਾਅਦ ਜੇ ਤੁਸੀਂ ਪਾਲਿਸੀ ਕਢਾਉਂਦੇ ਹੋ ਜੀ, ਜਦੋਂ ਵੀ ਆਪਣੇ ਮਨੀ ਜਦੋਂ ਕਢਾਉਂਦੇ ਹੋ ਪਾਲਿਸੀ ਦੇ ਵਿੱਚੋਂ, ਇਹ ਤੁਹਾਡੀ ਜਿਹੜੀ ਇਨਕਮ ਆ ਉਹਦੇ ਵਿੱਚ ਵੀ ਐਡ ਹੁੰਦੀ ਹੈ। ਸੋ ਦੇਖੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ 'ਚ ਰੱਖਣਾ ਵੀ ਆਪਾਂ ਜਦੋਂ ਵੀ ਪਾਲਿਸੀ ਕਢਾਉਣੀ ਹੈ, ਆਪਾਂ ਕਿੰਨੀ ਅਮਾਊਂਟ ਜੇ ਕਢਾ ਰਹੇ ਹਾਂ ਉਹਦੇ 'ਤੇ ਕਿੰਨਾ ਸਾਨੂੰ ਇੰਟਰਸਟ ਪੈ ਸਕਦਾ ਜਾਂ ਟੈਕਸ ਪੈ ਸਕਦਾ, ਜਾਂ ਹੋਰ ਸਾਡੇ ਕੋਲ ਬੈਟਰ ਆਪਸ਼ਨਸ ਕੀ ਹੈਗੀਆਂ ਨੇ ਵੀ ਇਹਨੂੰ ਮਨੀ ਇਹਦੇ 'ਚੋਂ ਕਿੱਦਾਂ ਯੂਜ਼ ਕਰੀਏ। ਦੇਖੋ ਇੱਕ ਚੀਜ਼ ਹੁੰਦੀ ਹੈ ਜੀ ਸਿਰਫ ਇੱਕ ਪਾਲਿਸੀ ਵੇਚ ਦੇਣਾ ਵੀ ਓਕੇ ਜੀ ਆਹ ਲਓ ਜੀ, ਲਿਖੋ ਜੀ ਆਹ ਹੋ ਗਿਆ ਜੀ, 20 ਸਾਲ 'ਚ ਇਹਨੇ ਜੁੜਨੇ ਜੀ, ਲੈ ਲਿਓ। ਇੱਕ ਚੀਜ਼ ਹੁੰਦੀ ਹੈ ਵੀ ਤੁਸੀਂ ਉਹ ਤਾਂ ਤੁਸੀਂ ਦੱਸਣਾ ਹੀ ਦੱਸਣਾ, ਪਰ ਨਾਲ ਇਹ ਵੀ ਸਮਝਾਉਣਾ ਵੀ ਜਦੋਂ ਕੱਲ ਨੂੰ ਮਨੀ ਯੂਜ਼ ਕਰਨੀ ਹੈ। ਕਿਉਂਕਿ ਮੈਂ ਕਈ ਵਾਰੀ ਸੁਣਿਆ ਜੀ ਐਡਵਾਈਜ਼ਰ ਕਹਿੰਦਾ ਜੀ 15-20 ਸਾਲ ਨਾ ਤਾਂ ਅਸੀਂ ਮਿਲਣਾ, ਪਤਾ ਨਹੀਂ ਇਹ ਕਿੱਥੇ ਹੋਣੇ, ਕਿੱਥੇ ਦੁਨੀਆ ਹੋਣੀ ਹੈ। ਪਰ ਫਿਰ ਵੀ ਜੀ ਮੈਂ ਹੁਣ ਇਹ ਕੇਸ ਮੈਂ ਹਮੇਸ਼ਾ ਹਰੇਕ ਨੂੰ ਦੱਸਦਾ ਕਿ ਤੁਹਾਨੂੰ ਜੇ ਅੱਜ ਕਲੈਰਿਟੀ ਹੈਗੀ ਹੈ ਵੀ 15 ਸਾਲ ਬਾਅਦ ਤੁਸੀਂ ਮਨੀ ਕਿੱਦਾਂ ਕਢਾ ਸਕਦੇ ਹੋ ਜਾਂ 20 ਸਾਲ ਬਾਅਦ ਤੁਸੀਂ ਮਨੀ ਕਿੱਦਾਂ ਕਢਾ ਸਕਦੇ ਹੋ, ਉਹ ਤੁਹਾਡੇ ਵਾਸਤੇ ਓਨਾ ਹੀ ਸੌਖਾ ਹੋ ਜਾਣਾ। ਤਾਂ ਕਿ ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਜੇ ਮੈਂ ਕੱਲ੍ਹ ਨੂੰ ਐਗਜ਼ੈਕਟਲੀ 20 ਸਾਲ ਬਾਅਦ ਮਨੀ ਕਢਾਉਣੀ ਹੈ, ਜਾਂ ਮੈਂ 25 ਸਾਲ ਬਾਅਦ, ਜਾਂ ਮੈਂ 30 ਸਾਲ ਬਾਅਦ, ਜਾਂ ਮੈਂ ਆਪਣੀ ਰਿਟਾਇਰਮੈਂਟ 'ਤੇ ਕਢਾਉਣੀ ਹੈ, ਉਹ ਸਾਰੀਆਂ ਚੀਜ਼ਾਂ ਜਿੰਨੀਆਂ ਕ੍ਰਿਸਟਲ ਕਲੀਅਰ ਹੋਣਗੀਆਂ ਤੁਹਾਨੂੰ ਉਨਾ ਹੀ ਤੁਹਾਡੇ ਵਾਸਤੇ ਸੌਖਾ ਹੈ ਆਪਣਾ ਪਲਾਨ ਡਿਜ਼ਾਈਨ ਕਰਨਾ। ਨਾਲ ਦੀ ਨਾਲ ਤੁਹਾਨੂੰ ਪਤਾ ਹੁੰਦਾ ਵੀ ਇਹਦੇ ਕੌਨਸੀਕੁਐਂਸਿਸ ਕੀ ਹੈਗੇ ਜੀ, ਵੀ ਜੇ ਮੈਂ ਸਾਰੀ 100% ਮਨੀ ਕਢਾ ਲਈ ਤਾਂ ਫਿਰ ਮੇਰੀ ਪਾਲਿਸੀ ਬੰਦ, ਜੇ ਮੈਂ 90% ਦਾ ਕਢਾ ਲਈ ਜਾਂ ਮੈਂ 80% ਦਾ ਕਢਾ ਲਈ, ਮੈਂ ਕਿੱਦਾਂ ਵਾਪਸ ਦੇ ਸਕਦਾ, ਮੈਂ ਗਰੋਥ ਕਿੱਦਾਂ ਕਰਨੀ ਹੈ। ਇਹ ਸਾਰੀਆਂ ਨਿੱਕੀਆਂ ਚੀਜ਼ਾਂ ਜੇ ਤੁਸੀਂ ਧਿਆਨ 'ਚ ਰੱਖੋਗੇ ਜੀ ਤਾਂ ਹੀ ਜਿਹੜੀ ਤੁਹਾਡੀ ਕੈਸ਼ ਵੈਲਿਊ ਵਾਲੀ ਪਾਲਿਸੀ ਹੈ ਤੁਹਾਡੇ ਵਾਸਤੇ ਫਾਇਦੇਮੰਦ ਆ। ਜੇ ਸਿਰਫ ਇਸ ਕਰਕੇ ਲੈ ਲਈ ਵੀ ਕੋਈ ਨਹੀਂ 15 ਸਾਲ ਜਾਂ 20 ਸਾਲਾਂ ਬਾਅਦ ਇੰਨੇ ਹੋ ਜਾਣੇ ਆ, ਉਹਦੇ ਵਿੱਚ ਤੁਹਾਡੇ ਪ੍ਰੋਬਲਮ ਆਣੀ ਹੈ ਜੀ। ਸੋ ਹਮੇਸ਼ਾ ਪਹਿਲਾਂ ਹੀ ਕ੍ਰਿਸਟਲ ਕਲੀਅਰ ਆਪ ਹੀ ਸਮਝ ਲਓ, ਨਾਲੇ ਐਡਵਾਈਜ਼ਰ ਨੂੰ ਪੁੱਛੋ ਵੀ ਮੈਨੂੰ ਸਾਰੇ ਸਟੈਪ ਪੁਆਇੰਟ ਦੱਸੋ ਵੀ ਕਿੱਦਾਂ ਮੈਂ ਕਢਾ ਸਕਦਾ ਜਾਂ ਕਿੰਨੇ ਕਢਾ ਸਕਦਾ, ਤੇ ਮੈਨੂੰ ਕਿੰਨਾ ਇੰਟਰਸਟ ਹੈ, ਮੈਨੂੰ ਕੀ ਉਸ ਵੇਲੇ ਜਿਹੜਾ ਐਕਸਟਰਾ ਮੈਨੂੰ ਕੋਈ ਚਾਰजेस ਪੈਣੇ ਨੇ ਉਹ ਮੈਨੂੰ ਹੁਣੇ ਕਲੈਰੀਫਾਈ ਕਰ ਦਿਓ ਜੀ। ਬਹੁਤ ਸਾਰੀਆਂ ਚੀਜ਼ਾਂ ਨੇ, ਪਾਲਿਸੀਜ਼ ਇਹ ਨਹੀਂ ਕਿ ਇੱਕ ਪਾਲਿਸੀ ਲੈ ਲਈ ਐਂਡ ਅਸੀਂ ਸਿਕਿਉਰ ਹਾਂ ਪੂਰੀ ਤਰ੍ਹਾਂ। ਹੁਣ ਇਹ ਹੈ ਕਿ ਕਿਸੇ ਪਾਲਿਸੀਜ਼ ਦੇ ਵਿੱਚ ਕੋਈ ਚੀਜ਼ ਕਵਰ ਹੁੰਦੀ ਹੈ, ਕਿਸੇ ਪਾਲਿਸੀਜ਼ ਦੇ ਵਿੱਚ ਕੋਈ ਚੀਜ਼ ਕਵਰ ਹੁੰਦੀ ਹੈ, ਕੋਈ ਹੋਣੀ ਹੈ ਪਾਲਿਸੀ ਉਹਨੂੰ ਡਿਜ਼ਾਈਨ ਤੁਸੀਂ ਉਸ ਤਰ੍ਹਾਂ ਨਾਲ ਕਰਦੇ ਆ ਕਿ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਉਸ ਪਾਲਿਸੀ ਦੇ ਅੰਡਰ ਕਵਰ ਹੋ ਜਾਣ। ਪਰ ਮੈਨੂੰ ਕਿਵੇਂ ਪਤਾ ਲੱਗੂ, ਹੁਣ ਮੰਨ ਲਓ ਮੈਂ ਇੱਕ ਪਾਲਿਸੀ ਲਈ ਆ, ਹੁਣ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਉਸ ਪਾਲਿਸੀ ਦੇ ਅੰਡਰ ਕਿਹੜੀ ਚੀਜ਼ ਕਵਰ ਨਹੀਂ ਹੈਗੀ? ਓਕੇ, ਹਾਂਜੀ ਬਿਲਕੁਲ ਜੀ। ਦੇਖੋ ਇਹ ਸਭ ਤੋਂ ਜ਼ਰੂਰੀ ਗੱਲ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਪਾਲਿਸੀ ਦੇ ਅੰਦਰ ਕਿਹੜੀ ਚੀਜ਼ ਜਿਹੜੀ ਨਹੀਂ ਕਵਰ ਹੈਗੀ। ਹੁਣ ਉੱਥੇ ਇੱਕ ਮੋਸਟਲੀ ਪਾਲਿਸੀ ਦੇ ਵਿੱਚ ਜੀ ਇੱਕ ਛੋਟਾ ਜਿਹਾ ਵਰਡ, ਟੈਕਨੀਕਲ ਵਰਡ ਯੂਜ਼ ਕਰਦੇ ਆ, ਐਕਸਕਲੂਜਨਸ।
ਠੀਕ ਹੈ ਜੀ। ਸੋ ਐਕਸਕਲੂਡ ਕਰ ਦੇਣਾ, ਮਤਲਬ ਕਿ ਉਹ ਚੀਜ਼ ਤੁਹਾਡੀ ਪਾਲਿਸੀ ਦੇ ਵਿੱਚ ਕਵਰਡ ਨਹੀਂ ਹੈਗੀ। ਦੇਖੋ ਹੁਣ ਕਈ ਵਾਰੀ ਹੁਣ ਇੰਨਾ ਪਾਲਿਸੀ ਦਾ ਫੋਲਡ ਹੁੰਦਾ, ਬੰਦਾ ਕਹਿੰਦਾ ਯਾਰ ਕਿਹੜਾ ਪੜੂਗਾ ਜਾਂ ਕਿਹੜਾ ਦੇਖੂਗਾ, ਰਾਈਟ। ਤੁਸੀਂ ਸਿੰਪਲੀ ਪਹਿਲਾਂ ਤਾਂ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਗੱਲ ਕਰ ਸਕਦੇ ਹੋ ਵੀ ਮੈਨੂੰ ਐਕਸਕਲੂਜਨ ਦੱਸੋ ਵੀ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਮੇਰੀ ਪਾਲਿਸੀ 'ਚ ਕਵਰ ਨਹੀਂ ਹੈਗੀ। ਜੇ ਤੁਸੀਂ ਫਿਰ ਵੀ ਕਿਸੇ ਰੀਜ਼ਨ ਕਰਕੇ ਤੁਸੀਂ ਕਹਿ ਰਹੇ ਹੋ ਯਾਰ ਮੈਂ ਹਜੇ ਵੀ ਸੈਟੀਸਫਾਈ ਨਹੀਂ ਹੋਇਆ ਆਨਸਰ ਤੋਂ, ਤੁਸੀਂ ਕੰਪਨੀ ਨੂੰ ਡਾਇਰੈਕਟਲੀ ਫੋਨ ਕਰ ਸਕਦੇ ਹੋ ਤੇ ਤੁਸੀਂ ਉੱਥੇ ਆਪਣੀ ਜੇ ਪੰਜਾਬੀ 'ਚ ਕਿਸੇ ਨੇ ਗੱਲ ਕਰਨੀ ਹੈ, ਮੋਸਟਲੀ ਬਿਗ ਕੰਪਨੀ ਸਾਰੀਆਂ ਤੁਹਾਨੂੰ ਪੰਜਾਬੀ ਸਪੀਕਿੰਗ ਵੀ ਪ੍ਰੋਵਾਈਡ ਕਰਾ ਦਿੰਦੀਆਂ ਨੇ। ਤੁਸੀਂ ਉਹਨਾਂ ਨਾਲ ਪੰਜਾਬੀ, ਹਿੰਦੀ, ਇੰਗਲਿਸ਼ ਜਿਹਦੇ 'ਚ ਵੀ ਕੰਫਰਟੇਬਲ ਹੈਗੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਉਹ ਤੁਹਾਨੂੰ ਦੱਸ ਸਕਦੇ ਵੀ ਤੁਹਾਡੀ ਪਾਲਿਸੀ ਕਵਰ ਕਿਹੜੀ ਚੀਜ਼ ਕਰਦੀ ਹੈ, ਠੀਕ ਹੈ ਜੀ। ਪਰ ਤੁਸੀਂ ਜੇ ਆਪ ਦੇਖਣਾ ਚਾਹੁੰਦੇ ਹੋ, ਇੱਕ ਐਕਸਕਲੂਜਨ ਵਰਡ ਲਿਖਿਆ ਹੁੰਦਾ ਜੀ, ਚਾਹੇ ਤੁਹਾਡੇ ਕੋਲ ਸੁਪਰ ਵੀਜ਼ਾ ਦੀ ਹੈ, ਟਰੈਵਲ ਇੰਸ਼ੋਰੈਂਸ ਹੈ ਜਾਂ ਕੋਈ ਹੋਰ ਇੰਸ਼ੋਰੈਂਸ ਪਾਲਿਸੀ ਹੈ, ਉਹ ਤੁਸੀਂ ਅੰਡਰ ਦੇਖ ਸਕਦੇ ਹੋ ਵੀ ਐਕਸਕਲੂਜਨਸ ਕੀ ਹੈਗੀਆਂ, ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਮੇਰੀ ਪਾਲਿਸੀ 'ਚ ਕਵਰਡ ਨਹੀਂ ਹੈਗੀਆਂ। ਸੋ ਉਹ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖੋ, ਜ਼ਰੂਰ ਦੇਖੋ। ਹੁਣ ਜੇ ਤੁਹਾਡੀ ਪਾਲਿਸੀ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਕਿਸੇ ਨੇ ਲੈਟਸ ਸੇ ਜੀ ਵਿਜ਼ਟਰ ਦੀ ਕਰਵਾਈ ਹੋਈ ਹੈ ਇੰਸ਼ੋਰੈਂਸ, ਜੇ ਉੱਤੇ ਲਿਖਿਆ ਵੀ ਤੁਸੀਂ ਸਿਰਫ ਇੱਕ ਬਿਮਾਰੀ ਲਈ ਜੇ ਕੋਈ ਸਿਰ ਦੁਖਦਾ ਤੁਸੀਂ ਸਿਰਫ ਇੱਕ ਵਾਰੀ ਡਾਕਟਰ ਦੇ ਜਾ ਸਕਦੇ ਹੋ, ਕਿਸੇ ਪਾਲਿਸੀ ਲਿਖਿਆ ਤੁਸੀਂ 3 ਵਾਰੀ ਡਾਕਟਰ ਦੇ ਜਾ ਸਕਦੇ ਹੋ, ਕਿਸੇ ਪਾਲਿਸੀ ਲਿਖਿਆ ਕੋਈ ਲਿਮਿਟ ਨਹੀਂ, ਜਿੰਨੀ ਵਾਰੀ ਮਰਜ਼ੀ ਜਾ ਸਕਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ। ਇਹਨਾਂ ਚੀਜ਼ਾਂ ਦੇ ਬੇਸ ਤੇ ਜਿਹੜੀ ਤੁਹਾਡੀ ਪਾਲਿਸੀ ਦੀ ਪ੍ਰਾਈਸ ਡਿਟਰਮਨ ਹੁੰਦੀ ਹੈ ਜੀ। ਕਈ ਵਾਰੀ ਕਹਿੰਦੇ ਜੀ ਉਹ ਅਸੀਂ ਪਾਲਿਸੀ ਲਈ ਸੀ ਉਹ ਤਾਂ $500 ਦੀ ਸੀਗੀ, ਦੂਜੇ ਪਾਸੇ ਪਾਲਿਸੀ ਜੀ ਤੁਸੀਂ $800 ਦੀ ਹੈਗੀ ਹੈ। ਉਹ $800 ਦੀ ਕਿਉਂ ਆ ਤੇ ਉਹ $500 ਦੀ ਕਿਉਂ ਆ, ਇਹਦਾ ਵੀ ਤੁਸੀਂ ਆਪ ਪੁੱਛੋ ਤੇ ਸਮਝੋ ਵੀ ਰੀਜ਼ਨ ਕੀ ਹੈ ਵੀ ਕਿਉਂ ਡਿਫਰੈਂਟ ਹੈਗਾ ਪ੍ਰਾਈਸਿਸ ਇੰਨੀਆਂ। ਸੋ ਉਸ ਤੁਹਾਨੂੰ ਫਿਰ ਜਦੋਂ ਐਕਸਕਲੂਜਨ ਦਾ ਪਤਾ ਲੱਗ ਜਾਂਦਾ ਜੀ ਵੀ ਕਿਹੜੀ ਚੀਜ਼ ਕਵਰ ਨਹੀਂ ਹੈਗੀ, ਤੁਹਾਡੇ ਲਈ ਉਹਨਾਂ ਹੀ ਸੌਖਾ ਹੋ ਜਾਂਦਾ ਵੀ ਓਕੇ ਹੁਣ ਤੁਹਾਨੂੰ ਕ੍ਰਿਸਟਲ ਕਲੀਅਰ ਹੈ ਵੀ ਓਕੇ ਆਹ ਚੀਜ਼ ਨਹੀਂ ਮੇਰੀ ਪਾਲਿਸੀ 'ਚ ਹੈਗੀ ਤੇ ਆਹ ਚੀਜ਼ ਮੇਰੀ ਪਾਲਿਸੀ ਦੇ ਵਿੱਚ ਕਵਰ ਹੈਗੀ ਹੈ। ਬਹੁਤ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ। ਪਰ ਨਾਲ ਹੁਣ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਕਲੇਮ, ਹੁਣ ਇੱਕ ਪਾਲਿਸੀ ਤੁਸੀਂ ਮੈਂਸ਼ਨ ਕਰ ਰਹੇ ਸੀਗੇ ਕਿ ਪਾਲਿਸੀ ਕਿੰਨੇ ਟਾਈਮ ਬਾਅਦ ਜੇ ਤੁਸੀਂ ਕੈਸ਼ਬੈਕ ਕਢਵਾ ਲੈਂਦੇ ਹੋ ਤਾਂ ਬੰਦ ਹੋ ਜਾਂਦੀ ਹੈ। ਹੁਣ ਜਿਵੇਂ ਮੰਨ ਲਓ ਕਿਸੇ ਨੂੰ ਯੂਜ਼ ਕਰਨੀ ਪੈ ਗਈ ਹੈ ਪਾਲਿਸੀ, ਹੁਣ ਉਹ ਕਲੇਮ ਕੀਤਾ ਹੈ ਪਾਲਿਸੀ ਨੂੰ, ਅੱਜ ਕੱਲ ਦੇ ਟਾਈਮ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਕਲੇਮ ਕਰਨ ਦੇ ਲਈ ਕਿਸੇ ਪਾਲਿਸੀ ਨੂੰ, ਕਿੰਨਾ ਕੁ ਵੱਡਾ ਪ੍ਰੋਸੈਸ ਹੁੰਦਾ ਹੈ ਇਹ? ਹਾਂਜੀ ਦੇਖੋ ਡਿਪੈਂਡ ਕਰਦਾ ਜੀ ਤੁਹਾਡੀ ਪਾਲਿਸੀ, ਹੁਣ ਆਪਾਂ ਕਿਹੜੀ ਪਾਲਿਸੀ ਦਾ ਕਲੇਮ ਲੈ ਰਹੇ ਹਾਂ। ਫੋਰ ਐਗਜ਼ਾਮਪਲ ਜੇ ਹੁਣ ਕੋਈ ਲਾਈਫ ਇੰਸ਼ੋਰੈਂਸ ਹੈ, ਕਿਸੇ ਦੀ ਅਨਫੋਰਚੂਨੇਟ ਡੈਥ ਹੋ ਗਈ ਹੈ ਜੀ, ਉਹਦਾ ਲਾਈਫ ਇੰਸ਼ੋਰੈਂਸ ਦਾ ਚੈੱਕ ਮਿਲਣਾ ਹੈ, ਰਾਈਟ। ਜਿਹੜਾ ਸਟੈਂਡਰਡ ਅਗੇਨ 2 ਹਫ਼ਤੇ ਦੇ ਵਿੱਚ ਹੋ ਰਿਹਾ, ਉਹ ਹੁਣ ਅਗੇਨ ਕਈ ਵਾਰੀ ਜਿੱਦਾਂ ਹੁਣ ਕੋਵਿਡ ਕਰਕੇ ਜਾਂ ਕੋਈ ਸਰਟੀਫਿਕੇਟ ਡਿਲੇ ਹੋ ਰਿਹਾ, ਕੋਈ ਡੈਥ ਸਰਟੀਫਿਕੇਟ ਨਹੀਂ ਮਿਲ ਰਿਹਾ ਜਾਂ ਕੋਈ ਵੀ ਚੀਜ਼ਾਂ ਨੇ, ਉਹਦੇ ਕਰਕੇ ਜਿੰਨਾ ਟਾਈਮ ਹੋ ਸਕਦਾ ਥੋੜਾ ਡਿਲੇ ਹੋ ਜਾਵੇ। ਜਿਹੜੇ ਮੈਂ ਦੇਖ ਰਿਹਾ ਜੀ ਐਵਰੇਜ ਕੋਈ ਵੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਜਾਂ ਕੋਈ ਡਿਸੇਬਿਲਿਟੀ ਦੇ ਕਲੇਮ ਨੇ, ਉਹ ਜਿਹੜੇ ਅੱਗੇ 2 ਤੋਂ 3 ਹਫ਼ਤੇ 'ਚ ਹੋ ਰਹੇ ਸੀਗੇ ਹੁਣ 6 to 8 ਵੀਕਸ ਦੇ ਵਿੱਚ ਚੱਲ ਰਹੇ ਆ। ਕਈ ਵਾਰੀ ਜਲਦੀ ਵੀ ਹੋ ਜਾਂਦਾ ਡਿਪੈਂਡਿੰਗ ਔਨ ਕਿਹੜੀ ਕੰਪਨੀਆਂ ਨਾਲ ਆਪਾਂ ਡੀਲ ਕਰ ਰਹੇ ਹਾਂ। ਸੋ ਸਾਰੀਆਂ ਕੰਪਨੀਆਂ ਦਾ ਨਹੀਂ ਗਾ, ਥੋੜ੍ਹੀਆਂ ਕੰਪਨੀਆਂ ਥੋੜ੍ਹਾ ਜ਼ਿਆਦਾ ਟਾਈਮ ਲਾ ਰਹੀਆਂ ਨੇ, ਕਈ ਕੰਪਨੀਆਂ ਹਜੇ ਵੀ ਪੂਰੇ ਐਫੀਸ਼ੀਐਂਟ ਨੇ, ਔਨ ਟਾਈਮ ਕਰ ਰਹੀਆਂ ਨੇ। ਇਹਦੇ ਨਾਲ ਜਦੋਂ ਹੁਣ ਆਪਾਂ ਕੋਈ ਵਿਜ਼ਟਰ ਜਾਂ ਕੋਈ ਸੁਪਰ ਵੀਜ਼ੇ ਤੇ ਆਇਆ ਹੋਇਆ ਉਸ ਕਲੇਮ ਦੀ ਗੱਲ ਕਰਦੇ ਹਾਂ ਜੀ, ਉਹਦੇ 'ਚ ਕਈ ਕੰਪਨੀਆਂ ਤੁਹਾਨੂੰ ਅਪਫਰੰਟ ਹੀ ਲਿਖ ਦਿੰਦੀਆਂ ਵੀ 60 ਦਿਨ ਤੱਕ ਸਾਨੂੰ ਪੁੱਛੋ ਹੀ ਨਾ, ਵੀ 60 ਡੇ ਤੱਕ ਅਸੀਂ ਕਰਨਾ ਹੀ ਨਹੀਂ ਪ੍ਰੋਸੈਸ। ਸੋ ਕਈ ਕੰਪਨੀਆਂ ਕਹਿੰਦੀਆਂ ਵੀ ਨੋ ਪ੍ਰੋਬਲਮ, ਅਸੀਂ 2 ਹਫ਼ਤੇ ਦੇ ਵਿੱਚ ਤੁਹਾਨੂੰ ਕਰਕੇ ਦੇਵਾਂਗੇ। ਸੋ ਅਗੇਨ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਇਹ ਦੇਖੋ ਵੀ ਜਿਹੜੀ ਕੰਪਨੀਆਂ ਤੁਸੀਂ ਕਰਨ ਲੱਗੇ ਹੋ ਉਹ ਤੁਹਾਨੂੰ ਕੀ ਉਹਦਾ ਗਾਈਡਲਾਈਨਸ ਹੈਗੀਆਂ ਨੇ, ਉਹ ਤੁਹਾਨੂੰ 2 ਹਫ਼ਤੇ ਵਿੱਚ ਕਲੇਮ ਕਰ ਰਹੀਆਂ ਨੇ, 4 'ਚ ਕਰ ਰਹੀਆਂ, 6 'ਚ ਕਰ ਰਹੀਆਂ, ਕਿ ਤੁਹਾਨੂੰ 2 ਮਹੀਨੇ 'ਚ ਕਰ ਰਹੀਆਂ ਨੇ। ਫਿਰ ਉਸ ਤਰੀਕੇ ਨਾਲ ਤੁਹਾਨੂੰ ਜਦੋਂ ਵੀ ਪਾਲਿਸੀ ਲੈਣੀ ਹੈ ਜੀ, ਸਿਰਫ ਹਮੇਸ਼ਾ ਬਾਰ-ਬਾਰ ਇਹੀ ਚੀਜ਼ ਨੂੰ ਆਪਾਂ ਇਹੀ ਚੀਜ਼ ਤੇ ਐਜੂਕੇਟ ਕਰਨ ਦੀ ਕਰੀਦਾ ਲੋਕਾਂ ਨੂੰ ਕਿ ਜਦੋਂ ਵੀ ਤੁਸੀਂ ਕੋਈ ਵੀ ਪਾਲਿਸੀ ਲੈਣੀ ਹੈ, ਸਿਰਫ ਇਹ ਨਾ ਦੇਖੋ ਵੀ ਉਹਦਾ ਬੈਨੀਫਿਟ ਅੱਜ ਕੀ ਹੈ, ਉਹਦਾ ਇਹ ਵੀ ਦੇਖੋ ਵੀ ਕੱਲ੍ਹ ਨੂੰ ਜਦੋਂ ਕਲੇਮ ਲੈਣ ਵੇਲੇ ਇਹ ਕਿੰਨਾ ਈਜ਼ੀ ਹੈ ਕੰਪਨੀ ਨਾਲ ਡੀਲ ਕਰਨਾ, ਐਡਵਾਈਜ਼ਰ ਨੂੰ ਕਿੰਨਾ ਕੁ ਐਕਸਪੀਰੀਅੰਸ ਹੈਗਾ ਹੈ ਵੀ ਓਕੇ ਕਲੇਮ ਕਿੱਦਾਂ ਪ੍ਰੋਸੈਸ ਹੁੰਦੇ ਨੇ, ਕੀ ਪੇਪਰ ਵਰਕ ਕਰਨਾ ਹੈ, ਉਹਨਾਂ ਦਾ ਬੈਕਗਰਾਊਂਡ ਵੀ ਚੈੱਕ ਕਰੋ। ਕਿਉਂਕਿ ਪਾਲਿਸੀ ਵੇਚਣਾ ਬਹੁਤ ਸੌਖਾ ਜੀ, ਪਰ ਜਦੋਂ ਕੋਈ ਕਲੇਮ ਜਾਂ ਕੋਈ ਉਹ ਚੀਜ਼ਾਂ ਕਰਨੀਆਂ ਨੇ ਉਦੋਂ ਹੀ ਐਕਚੁਅਲ ਜਿਹੜਾ ਸਹੀ ਐਡਵਾਈਜ਼ਰ ਉਹਦੀ ਪਛਾਣ ਉਹਦੀ ਹੁੰਦੀ ਹੈ। ਬਿਲਕੁਲ, ਕਲੇਮ ਕਰਨਾ ਵੀ ਇੱਕ ਗੱਲ ਹੈਗੀ ਹੈ ਕਿ ਇਹ ਨਹੀਂ ਕਿ ਅੱਜ ਅਸੀਂ ਲੈ ਲਿਆ ਹੈਗਾ ਪਲਾਨ ਤੇ ਕੱਲ ਨੂੰ ਕਲੇਮ ਹੀ ਨਹੀਂ ਕਰਨਾ। ਸੋ ਕਲੇਮ ਕਰਨ ਦੀ ਵੀ ਤੁਹਾਨੂੰ ਲੋੜ ਪੈਂਦੀ ਹੈ। ਸੋ 10 ਸਾਲਾਂ ਬਾਅਦ, 15 ਸਾਲਾਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਤੁਹਾਨੂੰ ਜੇ ਕਲੇਮ ਕਰਨਾ ਹੈ ਕਦੇ ਵੀ ਲੋੜ ਪੈ ਸਕਦੀ ਹੈ ਤੁਹਾਨੂੰ। ਰੱਬ ਨਾ ਕਰੇ ਕਿਤੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਵੇ ਜਾਂ ਇਸ ਤਰ੍ਹਾਂ ਦਾ ਕੁਝ ਹੋ ਜਾਵੇ, ਤੁਹਾਨੂੰ ਕਲੇਮ ਕਰਨਾ ਪਵੇ। ਪਰ ਕਲੇਮ ਦੇ ਵਿੱਚ ਚਲੋ ਮੰਨ ਲਓ ਅੱਜ ਕਿਸੇ ਦੀ ਡੈਥ ਹੋ ਜਾਂਦੀ ਹੈ, ਸੋ ਉਹਦੇ ਲਈ ਇੱਕ ਬੈਨੀਫੀਸ਼ੀਅਰੀ ਜ਼ਰੂਰ ਹੁੰਦਾ ਹੈ। ਸੋ ਬੈਨੀਫੀਸ਼ੀਅਰੀ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਅਪਡੇਟ ਕਰਨੀ ਕਿੰਨੀ ਕੁ ਜ਼ਰੂਰੀ ਹੁੰਦੀ ਹੈ? ਬਿਲਕੁਲ ਅਰਸ਼ ਜੀ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਬੈਨੀਫੀਸ਼ੀਅਰੀ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਜਦੋਂ ਜਿਹਦੀ ਵੀ ਪਾਲਿਸੀ ਹੈ ਜੀ, ਜੋ ਵੀ ਉਹਨੇ ਬੈਨੀਫੀਸ਼ੀਅਰੀ ਨੂੰ ਡੈਜ਼ਿਗਨੇਟ ਕੀਤਾ ਹੋਇਆ, ਜੋ ਅੱਜ ਡੈਜ਼ਿਗਨੇਟ ਕਰ ਦਿੱਤਾ, ਫੋਰ ਐਗਜ਼ਾਮਪਲ ਅੱਜ ਕੋਈ ਸਿੰਗਲ ਸੀਗਾ, ਉਹਨੇ ਆਪਣੇ ਬ੍ਰਦਰ ਜਾਂ ਸਿਸਟਰ ਨੂੰ ਬਣਾ ਦਿੱਤਾ, ਉਸ ਤੋਂ ਬਾਅਦ ਕੱਲ੍ਹ ਨੂੰ ਉਹਨਾਂ ਦੀ ਵਿਆਹ ਹੋ ਗਿਆ, ਫੈਮਿਲੀ ਵੀ ਹੋ ਗਈ, ਪਰ ਜੇ ਉਹਨਾਂ ਨੇ ਬੈਨੀਫੀਸ਼ੀਅਰੀ ਚੇਂਜ ਨਹੀਂ ਕੀਤਾ ਤੇ ਜੇ ਉਹਨਾਂ ਦੀ ਡੈਥ ਹੋ ਜਾਂਦੀ ਹੈ, ਜੋ ਵੀ ਉਹਨਾਂ ਨੇ ਪਹਿਲਾਂ ਬੈਨੀਫੀਸ਼ੀਅਰੀ ਲਿਖਿਆ ਸੀਗਾ ਪਾਲਿਸੀ ਦੇ ਵਿੱਚ, ਉਹ ਜੋ ਵੀ ਉਹਨਾਂ ਦਾ ਬ੍ਰਦਰ ਜਾਂ ਸਿਸਟਰ ਸੀ, ਪੈਸੇ ਉਹਨਾਂ ਨੂੰ ਹੀ ਮਿਲਣੇ ਆ। ਤਾਂ ਇਹ ਹੋ ਵੀ ਚੁੱਕਿਆ ਜੀ ਕੇਸ, ਕਾਫੀ ਕੇਸਿਸ ਇੱਦਾਂ ਦੇ ਆ ਵੀ ਚੁੱਕੇ ਨੇ। ਇਸੇ ਕਰਕੇ ਬਾਰ-ਬਾਰ ਕਹੀਦਾ ਕਿ ਜਿਹੜੀ ਤੁਹਾਡੀ ਪਾਲਿਸੀ ਹੈ ਨਾ, ਉਹਨੂੰ ਤੁਸੀਂ ਜ਼ਰੂਰ ਜਦੋਂ ਵੀ ਤੁਹਾਡੇ ਕੋਈ ਚੇਂਜਸ ਆ ਰਹੀਆਂ ਨੇ ਲਾਈਫ ਦੇ ਵਿੱਚ, ਉਹ ਬੈਨੀਫੀਸ਼ੀਅਰੀ ਦੀ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਜ਼ਰੂਰ ਅਪਡੇਟ ਕਰੋ। ਜੇ ਤੁਸੀਂ ਅੱਜ ਸਿੰਗਲ ਸੀਗੇ, ਤੁਸੀਂ ਆਪਣੇ ਹੋ ਸਕਦਾ ਮਾਂ ਪਿਓ ਨੂੰ ਜਾਂ ਬ੍ਰਦਰ ਸਿਸਟਰ ਨੂੰ ਬਣਾਇਆ ਹੋਵੇ, ਹੁਣ ਤੁਹਾਡੀ ਮੈਰਿਜ ਹੋ ਚੁੱਕੀ ਹੈ, ਤੁਸੀਂ ਆਪਣੀ ਵਾਈਫ ਨੂੰ ਜਾਂ ਹਸਬੈਂਡ ਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ, ਹੁਣ ਤੁਹਾਡੇ ਕੱਲ੍ਹ ਨੂੰ ਬੱਚੇ ਹੋ ਗਏ ਨੇ, ਉਹਨਾਂ ਨੂੰ ਤੁਸੀਂ ਐਡ ਕਰਨਾ ਚਾਹੁੰਦੇ ਹੋ।
ਸੋ ਬੈਨੀਫੀਸ਼ੀਅਰੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਸੋ ਇਸ ਕਰਕੇ ਜਦੋਂ ਵੀ ਕੋਈ ਵੀ ਤੁਸੀਂ ਆਪਣੀ ਪਾਲਿਸੀ, ਇਸੇ ਕਰਕੇ ਕੰਪਨੀਆਂ ਪੁੱਛਦੀਆਂ ਨੇ ਵੀ ਤੁਸੀਂ ਬੈਨੀਫੀਸ਼ੀਅਰੀ ਜ਼ਰੂਰ ਦੱਸੋ, ਤੇ ਨਾਲੇ ਆਪਸ਼ਨ ਹੁੰਦੀ ਹੈ ਜੀ ਇੱਕ ਵਾਰੀ ਬੈਨੀਫੀਸ਼ੀਅਰੀ ਸਿਲੈਕਟ ਕਰ ਵੀ ਲਿਆ ਤੇ ਇਹ ਨਹੀਂ ਵੀ ਹੁਣ ਪੱਕਾ ਲਾਈਫ ਲਈ ਉਹੀ ਹੋ ਗਿਆ, ਤੁਸੀਂ ਕੱਲ ਨੂੰ ਚੇਂਜ ਵੀ ਕਰ ਸਕਦੇ ਹੋ। ਐਜ਼ ਐਨ ਓਨਰ ਆਫ ਦਾ ਪਾਲਿਸੀ ਤੁਹਾਡੇ ਕੋਲ ਪਾਵਰ ਹੁੰਦੀ ਹੈ, ਤੁਸੀਂ ਜਦੋਂ ਚਾਹੋ ਤੁਸੀਂ ਉਹ ਪਾਲਿਸੀ, ਉਹ ਜਿਹੜਾ ਬੈਨੀਫੀਸ਼ੀਅਰੀ ਹੈ ਤੁਸੀਂ ਚੇਂਜ ਕਰ ਸਕਦੇ ਹੋ। ਸੋ ਅਗੇਨ ਆਪਣੇ ਐਡਵਾਈਜ਼ਰ ਨਾਲ ਬੈਠ ਕੇ ਜ਼ਰੂਰ ਦੇਖ ਲਓ ਕਿ ਤੁਸੀਂ ਜਦੋਂ ਪਾਲਿਸੀ ਲਈ ਸੀ ਉਦੋਂ ਕੌਣ ਬੈਨੀਫੀਸ਼ੀਅਰੀ ਸੀ ਤੇ ਅੱਜ ਕੋਈ ਚੇਂਜਸ ਹੋ ਗਈਆਂ ਨੇ ਜਾਂ ਤੁਸੀਂ ਕੋਈ ਐਡ ਕਰਾਉਣਾ ਜਾਂ ਡਿਲੀਟ ਕਰਾਉਣਾ, ਉਸ ਤਰੀਕੇ ਨਾਲ ਤੁਸੀਂ ਜਿਹੜੀ ਆਪਣੀ ਬੈਨੀਫੀਸ਼ੀਅਰੀ ਦੀ ਆਪਸ਼ਨ ਜਿਹੜੀਆਂ ਉਹ ਚੇਂਜ ਵੀ ਕਰ ਸਕਦੇ ਹੋ ਜੀ। ਅਮਰਿੰਦਰ ਜੀ, ਜਿੱਦਾਂ ਹੁਣ ਮਾਰਗੇਜ ਇੰਸ਼ੋਰੈਂਸ ਪਾਲਿਸੀ ਵੀ ਹੁੰਦੀ ਹੈ, ਹਾਂਜੀ, ਹੁਣ ਉਹ ਕਿਸੇ ਬੈਂਕ ਦੇ ਨਾਲ ਹੈ, ਹਾਂਜੀ। ਚੇਂਜ ਕੀਤੀ ਜਾ ਸਕਦੀ ਹੈ ਬਿਨਾਂ ਪੈਨਲਟੀ ਤੋਂ ਕਿਸੇ ਵੀ ਟਾਈਮ ਦੇ ਉੱਤੇ? ਬਿਲਕੁਲ ਕੀਤੀ ਜਾ ਸਕਦੀ ਹੈ ਜੀ। ਕਈ ਵਾਰੀ ਲੋਕੀ ਇਹੀ ਸੋਚਦੇ ਆ ਵੀ ਓਕੇ ਹੁਣ ਮਾਰਗੇਜ ਬੈਂਕ ਤੋਂ ਲਈ ਸੀ, ਨਾਲ ਹੀ ਮਾਰਗੇਜ ਇੰਸ਼ੋਰੈਂਸ ਵੀ ਲੈ ਲਈ ਬੈਂਕ ਤੋਂ, ਵੀ ਹੁਣ ਤਾਂ 5 ਸਾਲ ਰੱਖਣੀ ਪੈਣੀ ਹੈ, ਵੀ ਜੇ ਚੇਂਜ ਕਰਾਂਗੇ ਤਾਂ ਪੈਨਲਟੀ ਲੱਗੂਗੀ। ਇਦਾਂ ਦਾ ਕੁਝ ਨਹੀਂ ਹੈਗਾ ਜੀ। ਤੁਸੀਂ ਕਦੀ ਵੀ ਕਿਸੇ ਟਾਈਮ ਤੇ ਵੀ ਆਪਣੀ ਜਿਹੜੀ ਮਾਰਗੇਜ ਇੰਸ਼ੋਰੈਂਸ ਜਿਹੜੀ ਬੈਂਕ ਤੋਂ ਕਰਾਈ ਹੋਈ ਹੈ, ਤੁਸੀਂ ਉਹੀ ਆਪਣਾ ਲੋਨ ਤੇ ਲਾਇਬਿਲਿਟੀ ਜਿਹੜੀ ਹੈ ਤੁਸੀਂ ਲਾਈਫ ਇੰਸ਼ੋਰੈਂਸ ਦੇ ਅੰਡਰ ਕਵਰ ਕਰ ਸਕਦੇ ਹੋ। ਦੇਖੋ ਮੇਨ ਫਾਇਦੇ ਜਿਹੜੇ ਹੈ ਉਹਦੇ 'ਚ ਆਪਾਂ ਅੱਗੇ ਵੀ ਗੱਲ ਕੀਤੀ ਹੈ, ਪਰ ਮੈਂ ਥੋੜਾ ਫਿਰ ਇੱਕ ਵਾਰੀ ਦੱਸ ਦਵਾਂ। ਜਿਹੜਾ ਮੇਨ ਫਾਇਦਾ ਇਹ ਹੁੰਦਾ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਕੰਪਨੀ ਤੋਂ ਕਰਵਾਉਂਦੇ ਆ ਕੋਈ ਵੀ ਆਪਣੀ ਲੋਨ ਲਾਇਬਿਲਿਟੀ ਜਿਹੜੀਆਂ ਨੇ, ਇੱਕ ਤਾਂ ਤੁਹਾਡੀ ਕਾਸਟ ਘੱਟ ਪੈਂਦੀ ਹੈ ਜੀ ਕੰਪੈਰੀਟਿਵਲੀ ਟੂ ਬੈਂਕ, ਠੀਕ ਹੈ। ਉਸ ਤੋਂ ਬਾਅਦ ਸੈਕੰਡਲੀ ਜੀ ਜਿਹੜਾ ਹੁਣ ਬੈਂਕ ਹੈ ਉਹਦਾ ਟਾਈਮ ਦੇ ਨਾਲ ਬੈਨੀਫਿਟ ਘੱਟ ਜਾਣਾ। ਫੋਰ ਐਗਜ਼ਾਮਪਲ ਅੱਜ ਕਿਸੇ ਨੇ $1 ਮਿਲੀਅਨ ਦਾ ਲੋਨ ਲਿਆ ਜੀ, 20 ਸਾਲਾਂ ਬਾਅਦ ਜਿਹੜਾ ਉਹਨਾਂ ਦਾ $1 ਮਿਲੀਅਨ ਦਾ ਲੋਨ ਸੀ ਉਹ ਤਾਂ ਘਟ ਕੇ ਰਹਿ ਗਿਆ ਲੈਟਸ ਸੇ $2 ਲੱਖ, ਠੀਕ ਹੈ ਜੀ। ਪਰ ਜਿਹੜੀ ਤੁਸੀਂ ਕਿਸ਼ਤ ਭਰ ਰਹੇ ਹੋ ਅੱਜ ਵੀ $1 ਮਿਲੀਅਨ ਦੇ ਲਈ ਭਰ ਰਹੇ ਹੋ, ਜਿਹੜੀ ਇੰਸ਼ੋਰੈਂਸ ਦੀ ਕਰ ਰਹੇ ਹੋ, ਰਾਈਟ। ਸੋ ਉਹ ਬੈਂਕ ਤੋਂ ਜਦੋਂ ਲੈਣੇ ਇਹ ਚੀਜ਼ ਦਾ ਨੁਕਸਾਨ ਆ। ਪਰ ਜਦੋਂ ਉਹੀ ਚੀਜ਼ ਆਪਾਂ ਲਾਈਫ ਇੰਸ਼ੋਰੈਂਸ ਦੇ ਅੰਡਰ ਕਵਰ ਕਰਦੇ ਹਾਂ, ਜੇ ਤੁਸੀਂ $1 ਮਿਲੀਅਨ ਦੀ ਅੱਜ ਕਵਰੇਜ ਲਈ ਹੈ, ਉਹ 20 ਸਾਲਾਂ ਬਾਅਦ ਵੀ ਕਵਰੇਜ $1 ਮਿਲੀਅਨ ਦੀ ਹੀ ਹੈ। ਸੋ ਜੋ ਤੁਸੀਂ ਅੱਜ ਜੇ $50 ਭਰ ਰਹੇ ਹੋ ਉਹਦੇ ਵਾਸਤੇ, ਤੇ ਉਹ 20 ਸਾਲਾਂ ਤੱਕ ਵੀ ਉਹ $50 ਹੀ ਤੁਸੀਂ ਭਰਨੇ, ਉਹਦੇ 'ਚ ਕੋਈ ਤੁਹਾਡੀ ਚੇਂਜਸ ਵੀ ਨਹੀਂ ਆਉਂਦੀਆਂ। ਸੋ ਇਸ ਕਰਕੇ ਜਦੋਂ ਵੀ ਕੋਈ ਵੀ ਜੇ ਤੁਸੀਂ ਕਿਸੇ ਨੇ ਲੈ ਚੁੱਕਿਆ ਜੀ ਕੋਈ ਮਾਰਗੇਜ ਇੰਸ਼ੋਰੈਂਸ ਬੈਂਕ ਤੋਂ, ਤੇ ਜੇ ਉਹਨਾਂ ਨੂੰ ਕੋਈ ਵੀ ਕੁਐਸਚਨ ਹੈਗਾ ਆ ਵੀ ਉਹ ਕਿੱਦਾਂ ਅਸੀਂ ਚੇਂਜ ਕਰ ਸਕਦੇ ਹਾਂ ਜਾਂ ਅਸੀਂ ਕਿੱਦਾਂ ਇਹਨੂੰ ਲਾਈਫ ਇੰਸ਼ੋਰੈਂਸ ਦੇ ਅੰਡਰ ਕਵਰ ਕਰਾ ਸਕਦੇ ਹਾਂ, ਡੈਫੀਨਿਟਲੀ ਮੈਨੂੰ ਕਾਲ ਕਰ ਸਕਦੇ ਆ। ਮੈਂ ਉਹਨਾਂ ਨੂੰ ਵੀ ਗਾਈਡ ਕਰ ਸਕਦਾ, ਦੱਸ ਸਕਦਾ ਸਟੈਪ ਬਾਏ ਸਟੈਪ ਕਿ ਤੁਸੀਂ ਕਿੱਦਾਂ ਆਪਣੀ ਮਨੀ ਵੀ ਬਚਾ ਸਕਦੇ ਹੋ, ਕੋਈ ਪੈਨਲਟੀ ਨਹੀਂ ਲੱਗਣੀ ਤੇ ਕੋਈ ਨੁਕਸਾਨ ਵੀ ਨਹੀਂ ਹੋਣਾ ਜੀ ਤੁਹਾਨੂੰ। ਇੱਕ ਵਾਰ ਫਿਰ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਅਪਡੇਟ ਕਰੋ ਕਿ ਆਪਣੀ ਪਾਲਿਸੀ ਨੂੰ ਰਿਵਿਊ ਕਿੰਨੇ ਟਾਈਮ ਬਾਅਦ ਕਰਨਾ ਚਾਹੀਦਾ ਹੈ, ਕਿਉਂਕਿ ਇੱਕ ਵਾਰ ਪਾਲਿਸੀ ਲੈ ਲਈ ਤੇ ਉਹਨੂੰ ਅਸੀਂ ਇੱਕ ਕਲੋਜ਼ਟ ਦੇ ਵਿੱਚ ਰੱਖ ਕੇ ਸਾਂਭ ਕੇ ਰੱਖਤਾ ਤੇ ਸਾਨੂੰ ਯਾਦ ਹੀ ਨਹੀਂਗਾ ਕਿ ਕੋਈ ਪਾਲਿਸੀ ਲਈ ਸੀ ਅਸੀਂ 5 ਸਾਲ ਪਹਿਲਾਂ ਲਈ ਸੀ, 10 ਸਾਲ ਪਹਿਲਾਂ ਲਈ ਸੀ। ਰਿਵਿਊ ਕਰਨਾ ਕਿੰਨਾ ਕੁ ਜ਼ਰੂਰੀ ਹੁੰਦਾ? ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਦੇਖੋ ਬਿਲਕੁਲ ਜਿੱਦਾਂ ਤੁਸੀਂ ਦੱਸਿਆ, ਹਮੇਸ਼ਾ ਆਪਾਂ ਇਹੀ ਕਰਦੇ ਹਾਂ ਜੀ, ਪਾਲਿਸੀ ਲੈ ਕੇ ਨਾ ਆਪਾਂ ਰੱਖ ਦਈਏ ਕਿਤੇ ਸਾਂਭ ਕੇ, ਵੀ ਰੱਬ ਨਾ ਕਰੇ ਲੋੜ ਨਾ ਪਵੇ, ਪਰ ਜਦੋਂ ਲੋੜ ਪਊਗੀ ਵੀ ਸਾਂਭ ਕੇ ਰੱਖ ਦਿੱਤੀ। ਪਰ ਜਿੱਦਾਂ ਤੁਹਾਡੀ ਲਾਈਫ 'ਚ ਕੋਈ ਵੀ ਚੇਂਜਸ ਆਉਂਦੀਆਂ ਜੀ, ਤੁਸੀਂ ਸਿੰਗਲ ਤੋਂ ਤੁਸੀਂ ਮੈਰਿਡ ਹੋ ਗਏ, ਤੁਹਾਡੇ ਬੱਚੇ ਹੋ ਗਏ, ਜਾਂ ਤੁਸੀਂ ਘਰ ਚੇਂਜ ਕਰ ਲਿਆ, ਕੋਈ ਬਿਜ਼ਨਸ ਖੋਲ੍ਹ ਲਿਆ, ਕੋਈ ਵੀ ਤੁਹਾਡੀ ਲਾਈਫ ਇਵੈਂਟ ਦੇ ਵਿੱਚ ਕੋਈ ਚੇਂਜਸ ਆ ਰਹੀਆਂ ਨੇ, ਤੁਸੀਂ ਹਮੇਸ਼ਾ ਆਪਣੀ ਪਾਲਿਸੀ ਇੱਕ ਵਾਰੀ ਜ਼ਰੂਰ ਰਿਵਿਊ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਪਾਲਿਸੀ ਲਈ ਸੀ, ਲੈਟਸ ਸੇ ਕਿਸੇ ਨੇ ਅੱਜ ਤੋਂ 10 ਸਾਲ ਪਹਿਲਾਂ ਪਾਲਿਸੀ ਲਈ ਸੀ ਜੀ, ਉਦੋਂ ਉਹਨਾਂ ਨੂੰ $2 ਲੱਖ ਬਹੁਤ ਜ਼ਿਆਦਾ ਲੱਗ ਰਿਹਾ ਸੀ। ਅੱਜ $2 ਲੱਖ ਦੀ ਕੀ ਵੈਲਿਊ ਹੈ, ਰਾਈਟ। ਉਸ ਹਿਸਾਬ ਨਾਲ ਤੁਸੀਂ ਆਪਣਾ ਮੈਥ ਕਰਨਾ ਹੈ। ਹੁਣ ਜੇ ਤੁਹਾਡੀ ਰਿਕੁਆਇਰਮੈਂਟ $1 ਮਿਲੀਅਨ ਦੀ ਹੈ, ਤੁਹਾਡੇ ਕੋਲ ਪਾਲਿਸੀ $2 ਲੱਖ ਦੀ ਹੈ, doesn't make any sense। ਸੋ ਇਸੇ ਰੀਜ਼ਨ ਕਰਕੇ ਜਦੋਂ ਵੀ ਆਪਾਂ ਪਾਲਿਸੀ ਦੇਖਦੇ ਹਾਂ, ਆਪਾਂ ਇਹ ਦੇਖਣਾ ਵੀ ਸਾਡੀਆਂ ਅੱਜ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ। ਜੇ ਸਾਨੂੰ ਥੋੜੀ ਬਹੁਤੀ ਕੋਈ ਚੇਂਜਸ ਕਰਨੀਆਂ ਨੇ, ਕੋਈ ਐਡ ਕਰਾਉਣਾ ਜਾਂ ਕੋਈ ਡਿਲੀਟ ਕਰਨਾ, ਡੈਫੀਨਿਟਲੀ ਆਪਣੇ ਐਡਵਾਈਜ਼ਰ ਨੂੰ ਤੁਸੀਂ ਕਾਲ ਕਰ ਸਕਦੇ ਹੋ। ਜੇ ਕਿਸੇ ਰੀਜ਼ਨ ਕਰਕੇ ਤੁਹਾਡਾ ਐਡਵਾਈਜ਼ਰ ਹੁਣ ਨਹੀਂ ਹੈਗਾ ਉਸ ਫੀਲਡ ਦੇ ਵਿੱਚ ਜਾਂ ਨਹੀਂ ਕੰਮ ਕਰ ਰਹੇ ਹੋ, ਡੈਫੀਨਿਟਲੀ ਤੁਸੀਂ ਮੈਨੂੰ ਵੀ ਅਪਰੋਚ ਕਰ ਸਕਦੇ ਹੋ। ਤੁਹਾਡੀ ਐਗਜ਼ਿਸਟਿੰਗ ਪਾਲਿਸੀ ਜਿਹੜੀ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸ ਸਕਦਾ, ਗਾਈਡ ਕਰ ਸਕਦਾ ਕਿੱਦਾਂ ਤੁਸੀਂ ਕੰਪਨੀ ਨਾਲ ਕਾਲ ਕਰਕੇ ਉਹਦੇ ਵਿੱਚ ਜੋ ਵੀ ਚੇਂਜਸ ਕਰਨੀਆਂ ਨੇ ਆਪਾਂ ਕਰ ਸਕਦੇ ਹਾਂ, ਬਗੈਰ ਤੁਹਾਡੀ ਪਾਲਿਸੀ ਨੂੰ ਨਵੀਂ ਕੀਤੇ ਜਾਂ ਹੋਰ ਬਿਲਕੁਲ ਹੀ ਕੈਂਸਲ ਕਰਕੇ ਨਵੀਂ ਕਰਨ ਨਾਲੋਂ। ਸੋ ਅਗੇਨ ਹਮੇਸ਼ਾ ਤੁਸੀਂ ਓਪੀਨੀਅਨ ਜ਼ਰੂਰ ਲਓ ਤਾਂ ਕਿ ਤੁਹਾਨੂੰ ਕਲੈਰਿਟੀ ਹੋਵੇ ਵੀ ਤੁਹਾਡੀ ਪਾਲਿਸੀ ਦੇ ਅੰਡਰ ਕਿਹੜੀ ਚੀਜ਼ ਕਵਰ ਹੈਗੀ ਹੈ ਜੀ। ਸੋ ਬਹੁਤ ਵਾਸਟ ਏਰੀਆ ਹੈਗਾ ਆ, ਸਾਨੂੰ ਉਹ ਕੱਲੀਆਂ ਚੀਜ਼ਾਂ ਸਿਰਫ ਤੇ ਸਿਰਫ ਇਹ ਕਿ ਸਾਡੀਆਂ ਰਿਕੁਆਇਰਮੈਂਟਸ ਕੀ ਹੈਗੀਆਂ ਨੇ ਤੇ ਸਿੰਪਲ ਲੈਂਗੁਏਜ ਦੇ ਵਿੱਚ ਸਾਨੂੰ ਜੇ ਸਮਝ ਆ ਜਾਏ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ। ਤੇ ਤੁਸੀਂ ਹਮੇਸ਼ਾ ਸਾਨੂੰ ਈਜ਼ੀ ਲੈਂਗੁਏਜ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਪਾਲਿਸੀ ਹੈ ਕਿ ਕਿਸ ਤਰ੍ਹਾਂ ਇੰਸ਼ੋਰੈਂਸ ਜਿਹੜੀ ਹੈ ਫਾਇਦੇਮੰਦ ਆ ਸਾਡੇ ਲਈ, ਸਾਡੇ ਵਿਊਅਰਸ ਦੇ ਲਈ, ਜੋ ਕੋਈ ਵੀ ਦੇਖ ਰਿਹਾ ਹੈ। ਅੱਜ ਕੱਲ੍ਹ ਛੋਟੇ ਬੱਚੇ ਤੋਂ ਲੈ ਕੇ ਨਿਊ ਬੋਰਨ ਬੇਬੀ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਪਾਲਿਸੀਜ਼ ਕੰਮ ਕਰਦੀਆਂ ਨੇ ਤੇ ਲੈਣੀਆਂ ਵੀ ਚਾਹੀਦੀਆਂ ਨੇ। ਕਲੋਜ਼ਿੰਗ ਦੇ ਵਿੱਚ ਅੱਜ 2021 ਦੀ ਸਾਡੀ ਲਾਸਟ ਇੰਟਰਵਿਊ ਹੈਗੀ ਹੈ, ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਆ? ਦੇਖੋ ਜੀ, ਸਾਰਿਆਂ ਨੂੰ ਇਹੀ ਕਹਿ ਸਕਦੇ ਹਾਂ ਕਿ ਆਪਣਾ ਧਿਆਨ ਰੱਖੋ, ਸਟੇ ਸੇਫ, ਸਟੇ ਪ੍ਰੋਟੈਕਟਡ। ਨਾਲ ਦੀ ਨਾਲ ਜੀ ਇਹ ਜੋ ਵੀ ਗਾਈਡਲਾਈਨਸ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਜੋ ਵੀ ਕੋਵਿਡ ਦੀ ਗਾਈਡਲਾਈਨਸ ਨੇ ਤੁਸੀਂ ਆਪਣਾ ਜਿੰਨਾ ਡਿਸਟੈਂਸ ਰੱਖ ਸਕਦੇ ਹੋ, ਜੋ ਮਾਸਕ ਪਾਉਣੇ ਆ, ਜੋ ਸੇਫਟੀ ਪ੍ਰੋਟੋਕੋਲ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਬਾਕੀ ਇੰਸ਼ੋਰੈਂਸ ਰਿਲੇਟਡ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੁਐਸਚਨ ਹੈਗਾ ਜੀ, planinsurance.ca ਵੈਬਸਾਈਟ ਹੈ ਜੀ। ਪਲਾਨ ਇੰਸ਼ੋਰੈਂਸ ਦਾ ਜਿਹੜਾ ਐਪ ਆ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਫ੍ਰੀ। ਕਿਸੇ ਵੀ ਦੁਨੀਆ ਦੇ ਕਾਰਨਰ 'ਚ ਬੈਠੇ ਹੋ, ਉੱਥੇ ਬੈਠੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਜੇ ਫਿਰ ਵੀ ਕੋਈ ਇਨਫੋਰਮੇਸ਼ਨ ਰਹਿ ਜਾਂਦੀ ਹੈ ਜੀ, ਸਰੀ ਦੇ ਵਿੱਚ ਆਫਿਸ ਹੈਗਾ ਜੀ, 7711 128 ਸਟਰੀਟ, 7711 128 ਸਟਰੀਟ ਤੇ ਆਫਿਸ ਹੈ। ਫੋਨ ਨੰਬਰ ਹੈਗਾ ਜੀ 6043632200, 6043632200।
ਤੇ ਡੈਫੀਨਿਟਲੀ ਜੀ ਕਿਸੇ ਤਰ੍ਹਾਂ ਦੇ ਵੀ ਇੰਸ਼ੋਰੈਂਸ ਰਿਲੇਟਡ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਤੇ ਸਾਰਿਆਂ ਨੂੰ ਜੀ ਇੱਕ ਵਾਰੀ ਹੈਪੀ ਨਿਊ ਈਅਰ, ਹੈਪੀ ਹੌਲੀਡੇਜ਼, ਸਟੇ ਸੇਫ, ਸਟੇ ਪ੍ਰੋਟੈਕਟਡ। ਥੈਂਕ ਯੂ ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਐਂਡ ਹੈਪੀ ਨਿਊ ਈਅਰ ਟੂ ਯੂ ਟੂ। ਥੈਂਕ ਯੂ। ਸੋ ਪਲਾਨ ਇੰਸ਼ੋਰੈਂਸ ਤੋਂ ਅਮਰਿੰਦਰ ਨੱਡਾ ਜੀ ਦੇ ਨਾਲ ਗੱਲਬਾਤ ਕੀਤੀ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹਨਾਂ ਨੇ ਬਹੁਤ ਸਾਰੀ ਢੇਰ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਤੁਹਾਡੇ ਕੋਲ ਪਾਲਿਸੀ ਨਹੀਂ ਹੈਗੀ, ਰਿਵਿਊ ਕਰਨੀ ਆ ਪਾਲਿਸੀ, ਕੁਝ ਨਵਾਂ ਐਡ ਕਰਵਾਉਣਾ ਹੈ, ਨਵੀਂ ਇਨਫੋਰਮੇਸ਼ਨ ਲੈਣੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਆ ਰਹੇ ਨੇ, ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ, ਇਹਨਾਂ ਨੂੰ ਈਮੇਲ ਕੀਤੀ ਜਾ ਸਕਦੀ ਹੈ, ਇਹਨਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਵੇਜ਼ ਨੇ ਜਿਸ ਦੇ ਥਰੂ ਇਹਨਾਂ ਦੇ ਨਾਲ ਕਨੈਕਟ ਕੀਤਾ ਜਾ ਸਕਦਾ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਆਉਣ ਵਾਲਾ ਸਾਲ ਬਹੁਤ ਵਧੀਆ ਹੋਵੇਗਾ ਤੇ ਉਮੀਦ ਇਹ ਵੀ ਕਰਦੇ ਹਾਂ ਕਿ 2021 ਵੀ ਬੜੀਆਂ ਢੇਰ ਸਾਰੀਆਂ ਯਾਦਾਂ ਛੱਡ ਕੇ ਤੇ 2022 ਦੇ ਵਿੱਚ ਤੁਸੀਂ ਪ੍ਰਵੇਸ਼ ਕਰੋਗੇ। ਸੋ ਆਪਣਾ ਤੇ ਆਪਣੇ ਪਰਿਵਾਰ ਦਾ ਰੱਖੋ ਖਿਆਲ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।